ਲੱਗੂਗਾ ਇਹਦੇ ਵਿੱਚ ਜੀ? ਓਕੇ ਜੀ, ਓਕੇ। ਤਾਂ ਸਾਰਿਆਂ ਨੇ ਮਿਊਟ ਤੇ ਲਾ ਲਿਓ ਜੀ। ਤੇ ਅੱਜ ਜਿਹੜੀ ਆਪਾਂ ਚੀਜ਼ ਕਰਨੀ ਆ ਉਹਨੂੰ ਆਪਣੇ ਮਾਈਂਡ 'ਚ ਰੱਖਣਾ ਜੀ। ਦੇਖੋ ਅੱਜ ਆਪਾਂ ਜਿਹੜੀ ਚੀਜ਼ ਕਰਨੀ ਆਪਾਂ ਇਹ ਕਰਨੀ ਹੈ ਕਿ ਤੁਸੀਂ ਰਾਈਟਿੰਗ ਦੀ ਸੈਲਫ ਸਟੱਡੀ ਕਿਵੇਂ ਕਰਨੀ ਆ। ਤੁਸੀਂ ਰੋਜ਼ ਮੰਨ ਕੇ ਚਲੋ ਟਾਸਕ ਲਿਖਦੇ ਹੋ, ਤੁਸੀਂ ਮੰਨ ਕੇ ਚਲੋ ਡੇਲੀ ਬੇਸਿਸ ਤੇ ਟਾਸਕ 2 ਲਿਖਦੇ ਹੋ। ਉਹ ਟਾਸਕ 2 ਲਿਖਣ ਦੇ ਨਾਲ ਸਾਰਿਆਂ ਨੂੰ ਮਿਊਟ ਤੇ ਕਰ ਦਿਓ, ਕੋਈ ਮਿਊਟ ਉੱਪਰ ਕਰ ਦਿੰਦਾ ਮੈਂ ਸਾਰਿਆਂ ਨੂੰ ਜੀ। ਓਕੇ ਠੀਕ ਹੈ। ਹਾਂਜੀ ਜੀ, ਤਾਂ ਇੱਥੇ ਆਪਾਂ ਜਿਹੜੀ ਅੱਜ ਚੀਜ਼ ਡਿਸਕਸ ਕਰਨੀ ਹੈ ਜੀ, ਉਹ ਇੱਕ ਤਾਂ ਕਰਨੀ ਹੈ ਕਿ ਰਾਈਟਿੰਗ ਦੀ ਸੈਲਫ ਸਟੱਡੀ ਕਿੱਦਾਂ ਹੋਣੀ ਚਾਹੀਦੀ ਆ ਤੇ ਕਿਵੇਂ ਤੁਸੀਂ 6.5 ਪਲੱਸ ਵਾਲੀ ਯਾਨੀ ਕਿ ਡਾਇਰੈਕਸ਼ਨ ਵੱਲ ਹੀ ਜਾਣਾ ਵਾ। ਤੇ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ ਕਿ ਜੇ ਤੁਸੀਂ ਮੰਨ ਕੇ ਚਲੋ ਡੇਲੀ ਬੇਸਿਸ ਤੇ ਟਾਸਕ 2 ਲਿਖਦੇ ਹੋ, ਟਾਸਕ ਤੁਸੀਂ ਲਿਖਦੇ ਹੋ, ਚੈੱਕ ਕਰਾਈ ਜਾਂਦੇ ਹੋ, ਤੁਹਾਡੀਆਂ ਗਲਤੀਆਂ ਜਾਈ ਜਾਂਦੀਆਂ, ਉਹੀ ਮਿਸਟੇਕ ਮੈਂ ਜਿੱਥੋਂ ਕੌਮਾ ਕੱਟਦਾ ਜਿੱਥੇ ਲਾਉਣਾ ਤੁਸੀਂ ਫਿਰ ਉਹੀ ਚੀਜ਼ਾਂ ਕਰੀ ਜਾਂਦੇ ਹੋ। ਇਹਦੇ ਨਾਲ ਇੰਪਰੂਵਮੈਂਟ ਬਹੁਤ ਸਲੋ ਰੇਟ ਤੇ ਹੋਊਗੀ ਜੀ, ਬਹੁਤ ਸਲੋ ਰੇਟ ਤੇ। ਇਹਦੇ ਨਾਲ ਜੇ ਮੈਂ ਤੁਹਾਨੂੰ ਅੱਜ ਸੋਰਸ ਦੱਸੂਗਾ ਜਿਹਨੂੰ ਤੁਸੀਂ ਨਾਲ ਫੋਲੋ ਕਰਨਾ, ਜੇ ਕਿਸੇ ਬੱਚੇ ਦਾ ਮੰਨ ਕੇ ਚਲੋ ਟਾਸਕ 2 ਕਿਸੇ ਦਿਨ ਲਿਖਣ ਵਾਲਾ ਰਹਿ ਵੀ ਜਾਂਦਾ ਵਾ ਤਾਂ ਉਹ ਚੀਜ਼ ਨਹੀਂ ਰਹਿਣੀ ਚਾਹੀਦੀ ਜਿਹੜੀ ਅੱਜ ਮੈਂ ਤੁਹਾਨੂੰ ਦੱਸੂਗਾ ਜੀ, ਕਿਉਂਕਿ ਉਹ ਚੀਜ਼ ਦੇ ਵਿੱਚ ਜ਼ਿਆਦਾ ਗੱਲਾਂ ਵਾ, ਜ਼ਿਆਦਾ ਤੁਹਾਡੀ ਇੰਪਰੂਵਮੈਂਟ ਤੁਸੀਂ ਸਮਝ ਲਓ ਕਿ 4 ਟਾਈਮਸ ਜ਼ਿਆਦਾ ਹੁੰਦੀ ਤੁਹਾਡੀ ਇੰਪਰੂਵਮੈਂਟ ਜੀ। ਸੋ ਸਭ ਤੋਂ ਪਹਿਲਾਂ ਅੱਜ ਆਪਾਂ ਜਿਹੜਾ ਪਹਿਲੇ ਨੰਬਰ ਤੇ ਕੰਮ ਕਰਨਾ, ਪਹਿਲੇ ਨੰਬਰ ਤੇ ਆਪਾਂ ਕੰਮ ਕਰਨਾ ਕਿ ਮੇਰਾ ਹੈਂਡ ਰਿਟਨ ਐਸੇ ਆ, ਜਿਹੜਾ ਮੇਰਾ ਖੁਦ ਦਾ ਹੈਂਡ ਰਿਟਨ ਟਾਸਕ 2 ਆਪਾਂ ਡਿਸਕਸ ਕਰਨਾ। ਤੁਹਾਨੂੰ ਪਤਾ ਲੱਗੂਗਾ ਕਿ 7+ ਵਾਲਾ ਜੋ ਐਸੇ ਹੁੰਦਾ ਵਾ ਉਹ ਕਿੱਦਾਂ ਦਾ ਹੋ ਸਕਦਾ, ਜੋ ਆਪਾਂ ਡੇਲੀ ਗੱਲਾਂ ਕਰਦੇ ਹੁੰਨੇ ਆ। ਮੈਂ ਤੁਹਾਡੀ ਕਾਪੀ ਦੇ ਨੀਚੇ ਸਾਰਿਆਂ ਦੇ ਨੋਟ ਪਾਉਣਾ ਹੁੰਦਾ, ਮੈਂ ਸਾਰਾ ਇੱਥੇ ਨੋਟ ਕਰਵਾਉਣ ਲੱਗਾ ਵਾਂ, ਉਹੀ ਨੋਟ ਹੁੰਦੇ ਆ ਸਾਰਿਆਂ ਦੇ ਨੀਚੇ ਤੇ ਉਹੀ ਪ੍ਰੋਬਲਮ ਸੌਰਟ ਆਊਟ ਹੋਣੀਆਂ ਚਾਹੀਦੀਆਂ ਹੁੰਦੀਆਂ। ਤੁਹਾਡੇ ਵਿੱਚੋਂ ਮੈਂ ਅੱਧ ਤੋਂ ਜ਼ਿਆਦਾ ਸਟੂਡੈਂਟਸ ਦੇ ਐਸੇ ਚੈੱਕ ਕਰਕੇ ਨੀਚੇ ਪੰਕਚੁਏਸ਼ਨ ਲਿਖਦਾ ਜੀ, ਅੱਧ ਤੋਂ ਜ਼ਿਆਦਾ ਮੈਂ ਸਟੂਡੈਂਟ ਲਿਖਦਾ ਜਾਨੀ ਕਿ ਰਿਪੀਟਡ ਵੋਕੈਬ। ਕਈ ਸਟੂਡੈਂਟਾਂ ਦੇ ਨੋਟ ਹੁੰਦਾ ਵੀਕ ਵੋਕੈਬਲਰੀ, ਕਈ ਸਟੂਡੈਂਟ ਦੇ ਨੋਟ ਹੁੰਦਾ ਜੀ ਕਿ ਕੋਲੋਕੇਸ਼ਨਸ ਯੂਜ਼ ਕਰੋ, ਫਿਰ ਕਈ ਸਟੂਡੈਂਟਸ ਦੇ ਨੋਟ ਹੁੰਦਾ ਜੀ ਵੀਕ ਕਨੈਕਟਰਸ। ਤੁਹਾਨੂੰ ਆਪਣੀਆਂ ਜੋ ਨੀਚੇ ਲਿਖੇ ਹੋਏ ਵਰਡ ਉਹ ਯਾਦ ਹੁੰਦੇ ਹੋਣਗੇ ਸਾਰਿਆਂ ਦੇ। ਕਈਆਂ ਦੇ ਮੈਂ ਲਿਖਦਾ ਹੁੰਦਾ ਜੀ ਲੈਕ ਆਫ ਸਪੋਰਟ ਜਾਂ ਲੈਕ ਆਫ ਐਕਸਪਲੇਨੇਸ਼ਨ, ਠੀਕ ਹੈ ਜੀ। ਤਾਂ ਆਹ ਵਾਲੀਆਂ ਤੇ ਆਹ ਵਾਲੇ ਜਿਹੜੇ ਨੋਟ ਮੈਂ ਤੁਹਾਡੇ ਐਸੇ ਦੇ ਨੀਚੇ ਪਾਉਣਾ ਹੁੰਦਾ, ਇਹ ਸੌਰਟ ਆਊਟ ਕਿੱਦਾਂ ਹੋਣਗੇ? ਜੇ ਤੁਸੀਂ ਕੋਈ ਇਦਾਂ ਦਾ ਟਾਸਕ ਪੜ੍ਹੋ ਜਾਂ ਇਦਾਂ ਦਾ ਟਾਸਕ ਆਪਣੀਆਂ ਅੱਖਾਂ ਦੇ ਸਾਹਮਣੇ ਰੱਖੋ ਜਿਹਦੇ ਵਿੱਚ ਆਹ ਸਾਰੀਆਂ ਚੀਜ਼ਾਂ ਸੌਰਟ ਆਊਟ ਕੀਤੀਆਂ ਹੋਈਆਂ। ਇੱਕ ਵਾਰੀ ਰਿਪੀਟ ਕਰਦਾ ਕੀ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਸਾਹਮਣੇ ਇਦਾਂ ਦਾ ਟਾਸਕ ਹੋਵੇ ਜਿਹਦੇ ਵਿੱਚ ਪੰਕਚੁਏਸ਼ਨ ਜਮਾ ਕਰੈਕਟ ਆ ਇੱਕ ਜਗ੍ਹਾ ਤੇ, ਤਾਂ ਤੁਹਾਡੀ ਪੰਕਚੁਏਸ਼ਨ ਰਿਮੂਵ ਹੋ ਜਾਣੀ ਹੈ, ਉਹ ਗਲਤੀ ਰਿਮੂਵ ਹੋ ਜਾਣੀ। ਕੋਈ ਇਦਾਂ ਦਾ ਐਸੇ ਜਿਹਦੇ ਵਿੱਚ ਬਿਨਾਂ ਮਤਲਬ ਤੋਂ ਕੋਈ ਵਰਡ ਰਿਪੀਟ ਨਹੀਂ ਕੀਤਾ, ਕੋਈ ਇਦਾਂ ਦਾ ਐਸੇ ਜਿਹਦੇ ਵਿੱਚ ਸਟਰੋਂਗ ਵਰਡ ਲਿਖੇ ਹੋਏ ਆ, ਕੋਈ ਇਦਾਂ ਦਾ ਐਸੇ ਜਿਹਦੇ ਵਿੱਚ ਕੋਲੋਕੇਸ਼ਨ ਆਲਰੇਡੀ ਲੱਗੀਆਂ ਹੋਈਆਂ ਵਾ, ਕੋਈ ਇਦਾਂ ਦਾ ਐਸੇ ਜਿਹਦੇ ਵਿੱਚ ਪੁਆਇੰਟ ਨੂੰ ਫੁੱਲੀ ਸਪੋਰਟ ਕੀਤਾ ਹੋਇਆ ਵਾ, ਤੇ ਕੋਈ ਇਦਾਂ ਦਾ ਐਸੇ ਜਿਹਦੇ ਵਿੱਚ ਕਨੈਕਟਰ ਸਪੋਰਟ ਲਾਏ ਹੋਏ ਆ। ਇਹ ਜੇ ਤੁਹਾਨੂੰ ਐਸੇ ਜਾਨੀ ਕਿ ਮਿਲ ਜਾਵੇ, ਤੁਹਾਡੇ ਕੋਲੇ ਹੋਵੇ, ਤਾਂ ਤੁਸੀਂ ਉਹਨੂੰ ਰੀਡ ਕਰਕੇ ਉਹਨੂੰ ਦੇਖ ਕੇ ਆਪਣੀ ਇੰਪਰੂਵਮੈਂਟ 4 ਟਾਈਮਸ ਜ਼ਿਆਦਾ ਕਰ ਲਓਗੇ ਵਿਦਿਨ 3 or 4 ਡੇਜ਼ ਦੀ। ਇਦਾਂ ਹੀ ਆਪਾਂ ਅੱਜ ਕਰਨਾ ਵਾ। ਅੱਜ ਮੇਰਾ ਆਪਾਂ ਹੈਂਡ ਰਿਟਨ ਐਸੇ ਜਿਹੜਾ ਹੈਗਾ ਵਾ ਉਹਨੂੰ ਡਿਸਕਸ ਕਰਨਾ ਵਾ ਪਹਿਲੇ ਨੰਬਰ ਤੇ। ਦੂਸਰੇ ਨੰਬਰ ਤੇ ਮੈਂ ਤੁਹਾਨੂੰ ਇੱਕ ਸੋਰਸ ਦੱਸਣਾ ਵਾ ਜਿਹਨੂੰ ਤੁਸੀਂ ਆਪੇ ਖੁਦ ਕਮ ਸੇ ਕਮ ਅੱਧਾ ਘੰਟਾ ਲਾ ਕੇ ਉਹ ਚੀਜ਼ ਨੂੰ ਕਰ ਸਕਦੇ ਹੋ। ਫਾਇਦੇ ਕੀ ਹੋਣੇ ਆ ਜੀ? ਨੰਬਰ 1 7 ਬੈਂਡ ਤੱਕ ਪਹੁੰਚਣ ਦੇ ਸੀਕ੍ਰੇਟ ਪਤਾ ਲੱਗਣਗੇ। ਨੰਬਰ 2 ਤੇ ਨਿਊ ਸਟਰਕਚਰਸ ਦਾ ਪਤਾ ਲੱਗੂਗਾ। ਤੇ ਨੰਬਰ 3 ਤੇ ਜੀ ਉਹਦੇ ਤੋਂ ਜੋ ਆਪਾਂ ਨੂੰ ਚੀਜ਼ ਪਤਾ ਲੱਗਣੀ ਆ ਆਈਡੀਆਜ਼, ਜਿਵੇਂ ਇੱਕ ਸਟੂਡੈਂਟ ਨੇ ਕਿਹਾ, ਠੀਕ ਹੈ ਜੀ। ਆਹ ਸਾਰੀਆਂ ਚੀਜ਼ਾਂ ਤੁਹਾਡੀਆਂ ਕਵਰ ਹੋਣਗੀਆਂ। ਸੋ ਚੱਲਦੇ ਹਾਂ ਜੀ ਆਪਾਂ ਐਸੇ ਦੀ ਤਰਫ। ਪਹਿਲਾ ਆਪਣਾ ਜੋ ਹੈਗਾ ਮੇਨ ਅੱਜ ਦਾ ਮੋਟਿਵ ਉਹ ਹੈਗਾ ਕਿ ਮੈਂ ਐਸੇ ਜੋ ਲਿਖੇ, ਹਰ ਇੱਕ ਟਾਈਪ ਦੇ ਮੇਰੇ ਐਸੇ ਲਿਖੇ ਹੋਏ ਆ ਜੀ, ਤੇ ਉਹਨਾਂ ਨੂੰ ਅੱਜ ਆਪਾਂ ਡਿਸਕਸ ਕਰਨਾ ਹੈ। ਓਕੇ ਜੀ, ਤਾਂ ਆ ਮੇਰਾ ਹੈਂਡ ਰਿਟਨ ਐਸੇ ਆ। ਐਗਰੀ ਡਿਸਐਗਰੀ ਤੇ ਐਸੇ ਮੈਂ ਲਿਖਿਆ ਸੀਗਾ, ਇਹ ਅੱਜ ਤੋਂ ਕਮ ਸੇ ਕਮ ਜੇ ਸੋਚਿਆ ਜਾਵੇ ਤਾਂ 9-10 ਮਹੀਨੇ ਪਹਿਲਾਂ ਇਹ ਮੈਂ ਐਸੇ ਇੱਕ ਲਿਖਿਆ ਸੀਗਾ। ਤਾਂ ਇਹਦੇ ਵਿੱਚ ਮੈਂ ਸਾਰੀਆਂ ਚੀਜ਼ਾਂ ਨੂੰ ਇੰਪਲੀਮੈਂਟ ਕੀਤਾ ਹੋਇਆ ਵਾ ਵੀ ਕਿਵੇਂ ਇੱਕ ਯਾਨੀ ਕਿ ਵੈਲ ਸਟਰਕਚਰਡ ਟਾਸਕ 2 ਹੋ ਸਕਦਾ ਵਾ, ਕਿਹੜੀ ਰੇਂਜ ਸ਼ੋ ਹੋ ਸਕਦੀ ਹੈ, ਕਿਵੇਂ ਪੰਕਚੁਏਸ਼ਨ ਨੂੰ ਆਪਾਂ ਵਧੀਆ ਲੈਵਲ ਤੇ ਲਿਜਾ ਕੇ ਸ਼ੋ ਕਰ ਸਕਦੇ ਹਾਂ। ਹਰ ਇੱਕ ਚੀਜ਼ ਮੈਂ ਇਹਦੇ ਵਿੱਚ ਕਨਕਲੂਡ ਕੀਤੀ ਹੋਈ ਆ।
ਤੇ ਇਹ ਐਸੇ ਜਿਹੜਾ ਹੈਗਾ ਵਾ ਮੈਂ ਤੁਹਾਨੂੰ ਨਾਲ ਕੰਪੇਅਰ ਕਰਕੇ ਦੱਸਣਾ ਕਿ ਕਿਵੇਂ ਇਹ ਐਸੇ ਜਿਹੜਾ ਹੈਗਾ ਵਾ ਉਹ ਇਹਨਾਂ ਚਾਰਾਂ ਪੈਰਾਮੀਟਰਸ ਜਿਹੜੇ ਹੈਗੇ ਆ ਇਹਨਾਂ ਦੇ ਵਿੱਚ 7 ਨੂੰ ਹਿੱਟ ਕਰਦਾ ਵਾ ਜੀ। ਇਹ ਚੀਜ਼ਾਂ ਆਪਾਂ ਸਾਰੀਆਂ ਨੋਟ ਕਰਾਂਗੇ। TR, ਫਿਰ ਕੋਰੈਂਸ ਕੁਇਜ਼ਨ, GRA ਤੇ LR। ਸਭ ਤੋਂ ਪਹਿਲਾਂ ਆਪਾਂ ਸਟੇਟਮੈਂਟ ਪੜਾਂਗੇ, ਧਿਆਨ ਨਾਲ ਸਾਰਿਆਂ ਨੇ ਨਾਲ ਚੱਲਣਾ ਜੀ ਮੇਰੇ। ਇਹ ਚੀਜ਼ ਜੇ ਅੱਜ ਸਮਝ ਲੱਗ ਗਈ ਤਾਂ ਤੁਹਾਡੇ ਵਿੱਚੋਂ ਡਰਾਸਟਿਕਲੀ ਐਸੇ ਸਾਰਿਆਂ ਦਾ ਚੇਂਜ ਹੋ ਜਾਣਾ। ਤਾਂ ਕੀ ਕਹਿੰਦੇ ਜੀ ਇਹਦੇ ਵਿੱਚ? ਕਹਿੰਦੇ ਜੀ ਨਾਓ ਡੇਜ਼ ਇਨ ਮੈਨੀ ਕੰਟਰੀਜ਼, ਕਾਫੀ ਜ਼ਿਆਦਾ ਕੰਟਰੀਜ਼ ਦੇ ਵਿੱਚ ਜੀ ਕਹਿੰਦੇ ਵੂਮਨ ਜਿਹੜੀਆਂ ਹੈਗੀਆਂ ਵਾ ਉਹ ਫੁੱਲ ਟਾਈਮ ਜੌਬਸ ਕਰਦੀਆਂ ਜੀ। ਉਹ ਦੇਅਰਫੋਰ ਇਸ ਲਈ ਜੀ ਕਹਿੰਦੇ ਇਟ ਇਜ਼ ਲੌਜੀਕਲ, ਇੱਕ ਬਸ ਜਾਨੀ ਕਿ ਲੌਜੀਕਲ ਜੀ ਗੱਲ ਹੈ, ਇਹਦੇ ਪਿੱਛੇ ਕੋਈ ਜ਼ਿਆਦਾ ਸੋਚ ਵਿਚਾਰ ਕਰਨ ਵਾਲੀ ਗੱਲ ਹੈ ਹੀ ਨਹੀਂਗੀ। ਟੂ ਸ਼ੇਅਰ ਹਾਊਸ ਹੋਲਡ ਟਾਸਕ ਈਵਨਲੀ ਬਿਟਵੀਨ ਮੈਨ ਐਂਡ ਵੂਮਨ। ਕਹਿੰਦੇ ਜੀ ਅੱਜ ਕੱਲ ਕਾਫੀ ਕੰਟਰੀਜ਼ ਦੇ ਵਿੱਚ ਜਿਹੜੀਆਂ ਵੂਮਨ ਹੈਗੀਆਂ ਉਹ ਫੁੱਲ ਟਾਈਮ ਜੌਬ ਕਰਨ ਲੱਗੀਆਂ 9 ਤੋਂ 5। ਕਹਿੰਦੇ ਜੀ ਪਰ ਇਹਦੇ ਵਿੱਚ ਤਾਂ ਕੋਈ ਸ਼ੱਕ ਵਾਲੀ ਗੱਲ ਹੈ ਨਹੀਂ, ਕੋਈ ਹੈ ਹੀ ਨਹੀਂ, ਇਹ ਤਾਂ ਇੱਕ ਲੌਜੀਕਲ ਹੀ ਆ, ਇੱਕ ਲੌਜਿਕ ਹੀ ਆ। ਕਹਿੰਦੇ ਜੀ ਫਿਰ ਜਿਹੜੇ ਹਾਊਸ ਹੋਲਡ ਟਾਸਕ ਹੁੰਦੇ ਆ, ਜਿਹੜੇ ਘਰ ਦੇ ਕੰਮ ਹੁੰਦੇ ਆ, ਉਹ ਮੈਨ ਤੇ ਵੂਮਨ ਦੇ ਵਿੱਚ ਅੱਧੇ ਯਾਨੀ ਕਿ ਵੰਡੇ ਜਾਣੇ ਚਾਹੀਦੇ ਆ ਜੀ। ਉਹ ਕਹਿੰਦੇ ਇਹ ਆਪਣਾ ਟਾਸਕ ਹੈ। ਤੁਹਾਡੇ ਤੋਂ ਪੁੱਛਿਆ ਕਿ ਕਿਸ ਹੱਦ ਤੱਕ ਤੁਸੀਂ ਐਗਰੀ ਜਾਂ ਡਿਸਐਗਰੀ ਹੋ, ਕਿਹੜੀ ਗੱਲ ਦੇ ਨਾਲ? ਕਿ ਜੇ ਵੂਮਨ ਫੁੱਲ ਟਾਈਮ ਜੌਬ ਕਰਨ ਲੱਗ ਗਈਆਂ ਤਾਂ ਇਹਦਾ ਮਤਲਬ ਹਾਊਸ ਹੋਲਡ ਟਾਸਕ ਵੀ ਮੈਨ ਤੇ ਵੂਮਨ ਦੇ ਵਿੱਚ ਅੱਧੇ ਵੰਡੇ ਜਾਣੇ ਚਾਹੀਦੇ ਆ, ਇਹ ਗੱਲ ਦੇ ਨਾਲ। ਸੋ ਜਦੋਂ ਹੀ ਮੈਂ ਮੰਨ ਕੇ ਲਓ ਟਾਸਕ ਪੜਿਆ ਤਾਂ ਮੈਂ ਥੋੜੀ ਯਾਨੀ ਕਿ ਬ੍ਰੇਨਸਟਾਰਮਿੰਗ ਕੀਤੀ ਤੇ ਮੈਂ ਇਹ ਦੇਖਿਆ ਕਿ ਹਾਂ ਕਿ ਜੇ ਮੈਂ ਫੁੱਲੀ ਐਗਰੀ ਜਾਣਾ ਵਾਂ, ਜੇ ਮੈਂ ਇਹ ਚੀਜ਼ ਮੰਨਦਾ ਵਾਂ ਕਿ ਹਾਂ ਮੈਂ ਫੁੱਲੀ ਐਗਰੀ ਆ ਕਿ ਹਾਊਸ ਹੋਲਡ ਜਿਹੜੇ ਟਾਸਕ ਹੁੰਦੇ ਆ ਉਹ ਦੋਨਾਂ ਦੇ ਵਿੱਚ ਅੱਧੇ ਵੰਡੇ ਜਾਣੇ ਚਾਹੀਦੇ ਆ, ਤਾਂ ਆਪਣੇ ਐਸੇ ਦੇ ਵਿੱਚ ਮੈਂ ਰੀਜ਼ਨ ਲਿਖੂੰਗਾ ਕਿ ਮੈਂ ਇਦਾਂ ਸੋਚਦਾ ਕਿਉਂ ਆ। ਤਾਂ ਮੈਂ ਇਹਦੇ ਜੋ ਪੁਆਇੰਟ, ਕਿਉਂਕਿ ਮੈਂ ਫੁੱਲੀ ਚੱਲਿਆ ਵਾਂ ਤਾਂ ਮੇਰੇ ਕੋਲ ਦੋ ਰਸਤੇ ਸੀਗੇ ਜੀ। ਨੰਬਰ 1 ਤੇ ਇੱਕ BP ਦੇ ਵਿੱਚ ਇੱਕ ਪੁਆਇੰਟ ਦੱਸੋ, ਦੂਸਰੇ PB ਵਿੱਚ ਫੁੱਲੀ ਦੂਸਰਾ ਪੁਆਇੰਟ ਦੱਸੋ ਜੀ। ਇਹ ਰਸਤੇ, ਇਹ ਸੀਗਾ ਇੱਕ ਤਰ੍ਹਾਂ ਦਾ ਮੇਰਾ। ਦੂਸਰੀ ਸਟਰਕਚਰ ਕੀ ਸੀਗੀ ਜੀ? 4 ਪੁਆਇੰਟ ਸੋਚ ਲਓ, ਜਾਨੀ ਕਿ ਪਹਿਲੇ ਵਿੱਚ 2 ਪੁਆਇੰਟ ਦੱਸ ਦਿਓ ਇਕੱਠੇ ਤੇ ਦੂਸਰੇ ਦੇ ਵਿੱਚ ਵੀ ਪਹਿਲਾ ਤੇ ਦੂਜਾ 2 ਪੁਆਇੰਟ ਦੱਸ ਦਿਓ। ਇਹ ਮੇਰੀ ਸੀਗੀ ਦੂਸਰੇ ਤਰ੍ਹਾਂ ਦੀ ਸਟਰਕਚਰ। ਤੀਸਰੇ ਤਰ੍ਹਾਂ ਦੀ ਸਟਰਕਚਰ ਕੀ ਹੁੰਦੀ ਆ ਕਿ ਜੀ 3 ਪੁਆਇੰਟ ਸੋਚੋ, ਪਹਿਲਾ BP, ਪਹਿਲਾ ਪੁਆਇੰਟ, ਦੂਸਰਾ BP, ਦੂਸਰਾ ਪੁਆਇੰਟ, ਤੀਸਰਾ BP, ਤੀਸਰਾ ਪੁਆਇੰਟ। ਛੋਟੇ ਪੁਆਇੰਟ ਤੇ ਉਹਨਾਂ ਨੂੰ ਐਕਸਪਲੇਨ ਕਰਨਾ ਵਧੀਆ ਤਰੀਕੇ ਨਾਲ, ਉੱਪਰ ਇੰਟਰੋ ਤੇ ਨੀਚੇ ਕਨਕਲੂਜਨ। ਤੇ ਮੈਂ ਕਿਹੜੀ ਸਟਰਕਚਰ ਦੇ ਨਾਲ ਗਿਆ? ਮੈਂ ਥਰਡ ਸਟਰਕਚਰ ਦੇ ਨਾਲ ਗਿਆ, ਕਿਉਂਕਿ ਮੇਰੇ ਕੋਲ 3 ਪੁਆਇੰਟ ਸੀਗੇ ਨਾ ਕਿ 4 ਪੁਆਇੰਟਸ। ਪੁਆਇੰਟ ਸੀ ਕਿਹੜੇ? ਮੈਂ ਕਿਉਂ ਇਹ ਗੱਲ ਨਾਲ ਐਗਰੀ ਹੋਇਆ ਕਿ ਹਾਂਜੀ ਜੀ ਬਈ ਉਹਨਾਂ ਦੋਨਾਂ ਨੂੰ ਕੰਮ ਵੰਡ ਲੈਣੇ ਚਾਹੀਦੇ ਆ। ਤਾਂ ਉਹਨਾਂ ਦਾ ਜਿਹੜਾ ਮੈਂ ਆਪਣੇ ਉਹ ਕਾਪੀ ਦੇ ਪੇਜ ਤੇ ਪੂਰਾ ਨੂੰ ਪੂਰੀ ਤਿਆਰ ਕੀਤਾ ਸੀਗਾ। ਹੁਣ ਮੈਂ ਇੱਥੇ ਦੇ ਕੀਵਰਡ ਲਿਖੇ ਆ ਜੀ। ਆ ਮੇਰੇ 3 ਪੁਆਇੰਟ ਆ ਜਿਹੜੇ ਇੱਕ BP 1 ਪੁਆਇੰਟ ਕੰਟੇਨ ਕਰਦਾ ਤੇ ਫੁੱਲੀ ਐਕਸਪਲੇਨ ਕਰਦਾ। ਪਹਿਲਾ ਪੁਆਇੰਟ ਕੀ ਸੀਗਾ? ਮੈਂ ਕਿਹਾ ਜੀ ਇਹਦੇ ਨਾਲ ਜਿਹੜੀਆਂ ਵੂਮਨ ਹੈਗੀਆਂ ਵਾ ਉਹ ਸਟ੍ਰੈਸ ਫ੍ਰੀ ਲਾਈਫ ਜੀ ਸਕਦੀਆਂ ਵਾ, ਤਾਂ ਕਰਕੇ ਮੈਨੂੰ ਲੱਗਦਾ ਕਿ ਦੋਨਾਂ 'ਚ ਕੰਮ ਵੰਡਿਆ ਜਾਣਾ ਚਾਹੀਦਾ। ਕਿਉਂਕਿ ਜੇ ਕੱਲੀਆਂ ਵੂਮਨ ਕਰਨਗੀਆਂ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਫਿਰ ਉਹਨਾਂ ਦਾ ਲਾਈਫ ਸਟਾਈਲ ਹੈਕਟਿਕ ਹੋ ਜਾਣਾ। ਸੋ ਪਹਿਲਾ ਪੁਆਇੰਟ ਹੋ ਗਿਆ ਜੀ ਇਹ। ਦੂਸਰਾ, ਮੈਂ ਕਿਹਾ ਜਿਹੜੀਆਂ ਵੂਮਨ ਹੁੰਦੀਆਂ ਵਾ ਉਹ ਜਿਹੜਾ ਕੰਮ ਕਰਦੀਆਂ ਵਾ 9 ਤੋਂ 5 ਜੌਬ ਕਰਨੀ ਸਟਾਰਟ ਕੀਤੀ ਆ ਉਹਨਾਂ ਨੇ ਸਿਰਫ ਖੁਦ ਦੇ ਬੈਨੀਫਿਟ ਲਈ ਥੋੜੋ ਕੀਤੀ ਆ। ਮੈਂ ਕਿਹਾ ਸੋ ਮੈਂ ਕਿਹਾ ਵੀ ਇਹ ਫਿਰ ਹਸਬੈਂਡ ਦੀ ਵੀ ਰਿਸਪੌਂਸਿਬਿਲਟੀ ਹੈ ਕਿ ਉਹ ਘਰ ਦੇ ਕੰਮਾਂ ਵਿੱਚ ਉਹਦਾ ਸਾਥ ਦੇਵੇ। ਦੂਸਰਾ ਪੁਆਇੰਟ ਸਮਝ ਲੱਗੀ? ਮੈਂ ਕਹਿ ਰਿਹਾ ਜੀ ਮੇਰਾ ਦੂਸਰਾ ਰੀਜ਼ਨ ਇਹ ਆ ਕਿ ਜੇ ਇੱਕ ਵੂਮਨ ਜੌਬ ਕਰ ਰਹੀ ਆ, ਵਰਕ ਕਰ ਰਹੀ ਆ, ਉਹ ਖੁਦ ਦੇ ਲਈ ਇਕੱਲੇ ਲਈ ਥੋੜਾ ਜੌਬ ਕਰ ਰਹੀ ਆ, ਉਹ ਜੌਬ ਉਹ ਆਪਣੀ ਸਾਰੀ ਫੈਮਿਲੀ ਦੇ ਲਈ ਕਰ ਰਹੀ ਆ। ਉਹਨੇ ਆਪਣੇ ਪੈਸਿਆਂ ਨਾਲ ਵੀ ਆਪਣੇ ਹਸਬੈਂਡ ਨੂੰ ਪੇ ਵੀ ਥੋੜੀ ਮੋਟੀ ਦਊਗੀ, ਆਪਣੇ ਬੱਚਿਆਂ ਦੀਆਂ ਨੀਡਸ ਪੂਰੀਆਂ ਕਰੂ, ਘਰੇ ਕੋਈ ਚੀਜ਼ ਲੈ ਕੇ ਆਊਗੀ। ਸੋ ਉਹ ਫੈਮਿਲੀ ਲਈ ਕਰ ਰਹੀ ਹੈ ਨਾ ਜੌਬ। ਸੋ ਫੈਮਿਲੀ ਦਾ ਵੀ ਹੱਕ ਬਣਦਾ ਜੀ ਕਿ ਉਹਦੇ ਨਾਲ ਹਾਊਸ ਹੋਲਡ ਕੰਮ ਕਰਾਵੇ। ਇਹ ਦੂਸਰਾ ਪੁਆਇੰਟ ਸੀਗਾ ਜੀ। ਤੀਸਰਾ ਕੀ ਸੀਗਾ ਜੀ? ਮੈਂ ਕਿਹਾ ਇਹਦੇ ਨਾਲ ਜੇ ਉਹ ਅੱਧੇ ਕੰਮ ਵੰਡ ਲੈਂਦੇ ਆ ਤਾਂ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਜ਼ਿਆਦਾ ਹੋਊਗੀ, ਉਹਨਾਂ ਦਾ ਰਿਲੇਸ਼ਨ ਲੌਂਗ ਲਾਸਟਿਕ ਹੋ ਸਕਦਾ ਜੀ। ਇਹਦੇ ਨਾਲ ਉਹਨਾਂ ਦੇ ਵਿੱਚ ਕੋਈ ਲੜਾਈ ਝਗੜਾ ਨਹੀਂ ਹੋਊਗਾ, ਵਰਨਾ ਜੇ ਉਹ ਖੁਦ ਹੀ ਸਾਰੇ ਕੰਮ ਕਰ ਰਹੀ ਆ ਤਾਂ ਇਹਨਾਂ ਵਿੱਚ ਕਨਫਲਿਕਟ ਹੋਇਆ ਕਰਨਗੀਆਂ ਜੀ, ਤੇ ਉਹ ਚੀਜ਼ ਡਿਵੋਰਸ ਤੱਕ ਵੀ ਪਹੁੰਚ ਸਕਦੀ ਆ। ਆਹ ਮੇਰੇ 3 ਪੁਆਇੰਟ ਸੀ ਜੀ। ਹੁਣ ਮੇਰਾ ਪਹਿਲਾ ਪੁਆਇੰਟ ਨੇ ਸਾਬਿਤ ਕਰਨਾ ਕਿ ਹਾਫ ਕੰਮ ਵੰਡਣ ਦੇ ਨਾਲ ਕਿਵੇਂ ਵੂਮਨ ਸਟ੍ਰੈਸ ਫ੍ਰੀ ਹੋ ਜੂਗੀ। ਹਾਊ? ਇਹ ਹੁੰਦਾ ਮੇਰਾ ਉਧਰ ਲਿਖਿਆ ਪਿਆ ਜੀ। ਦੂਸਰੇ ਵਿੱਚ ਜੀ ਮੈਂ ਇਹ ਪ੍ਰੂਵ ਕਰਨਾ ਵਾ ਕਿ ਹਾਂ ਬਈ ਉਹ ਖੁਦ ਲਈ ਨਹੀਂ ਕੰਮ ਕਰਦੀ ਬਲਕਿ ਫੈਮਿਲੀ ਲਈ ਕਰਦੀ ਹੈ, ਤਾਂ ਕਰਕੇ ਇਹਦੀ ਵੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ। ਤੀਸਰੇ ਵਿੱਚ ਕਿ ਜੀ ਇਹ
ਮਿਊਚੁਅਲ ਅੰਡਰਸਟੈਂਡਿੰਗ ਨੂੰ ਬਿਲਡ ਕਰ ਦੂਗੀ। ਕਿਵੇਂ ਬਿਲਡ ਕਰੂਗੀ ਇਹ ਮੈਂ ਫੁੱਲੀ ਐਕਸਪਲੇਨ ਕੀਤਾ ਪਿਆ ਜੀ। ਤੇ ਹੁਣ ਮੈਂ ਤੁਹਾਨੂੰ ਜੇ ਕਹਾਂ ਤੇ ਸਭ ਤੋਂ ਪਹਿਲਾਂ ਇੰਟਰੋ ਦਾ ਕੰਮ ਹੁੰਦਾ ਵਾ। ਇੰਟਰੋ ਦੇ ਵਿੱਚ ਮੈਂ ਕੀ ਦੇਖਿਆ, ਧਿਆਨ ਨਾਲ ਦੇਖਿਓ। ਮੈਂ ਤੁਹਾਨੂੰ ਕਿਹਾ ਸੀ ਜਿਹੜੀ ਵਧੀਆ ਲੈਵਲ ਦੀ ਪੈਰਾਫਰੇਜ਼ਿੰਗ ਹੁੰਦੀ ਆ ਉਹ ਦੋ ਚੀਜ਼ਾਂ ਦੇ ਵਿੱਚ ਕੰਮ ਕਰਦੀ ਹੁੰਦੀ ਆ। ਇਕੱਲੇ ਸਿਨੋਨਿਮ ਚੇਂਜ ਕਰਨ ਨੂੰ ਆਪਾਂ ਪੈਰਾਫਰੇਜ਼ਿੰਗ ਨਹੀਂ ਕਹਿੰਦੇ। ਪੈਰਾਫਰੇਜ਼ਿੰਗ ਮੀਨਸ ਦੋ ਚੀਜ਼ਾਂ ਚੇਂਜ ਕਰਨੀਆਂ। ਦੋ ਕਿਹੜੀਆਂ ਜੀ? ਨੰਬਰ 1 ਸਟਰਕਚਰ ਨੂੰ ਚੇਂਜ ਕਰ ਦੇਣਾ ਜੀ, ਨੰਬਰ 2 ਤੇ ਉਹਦੇ ਵਿੱਚ ਲਈ ਜੋ ਵਰਡਿੰਗਸ ਹੈਗੀ ਆ, ਜੋ ਸਿਨੋਨਿਮ ਹੈਗੇ ਆ ਉਹਨਾਂ ਨੂੰ ਚੇਂਜ ਕਰ ਦੇਣਾ। ਮੈਂ ਦੇਖਿਆ ਜੀ ਕੀ ਲਿਖਿਆ ਇੱਥੇ, ਨਾਓ ਡੇਜ਼ ਮੈਨੀ ਕੰਟਰੀਜ਼ ਦੇ ਵਿੱਚ ਵੂਮਨ ਹੈਵ ਲਾਇਆ ਇਹਨਾਂ ਨੇ ਜੀ, ਉਹਨਾਂ ਕੋਲੇ ਫੁੱਲ ਟਾਈਮ ਜੌਬ ਹੈਗੀ ਆ। ਸਿੰਪਲ ਸੈਂਟੈਂਸ ਬਣਾਇਆ, ਮੇਰੇ ਬ੍ਰੇਨ ਨੂੰ ਪਤਾ ਲੱਗ ਗਿਆ ਦਿਸ ਇਜ਼ ਸਿੰਪਲ ਸੈਂਟੈਂਸ। ਅਗਲੇ ਪਾਸੇ ਜੀ ਉਹ ਕਹਿੰਦੇ ਜੀ ਇਹ ਲੌਜੀਕਲ ਆ, ਇਹਨਾਂ ਨੇ ਇੱਥੇ ਵੀ ਸਿੰਪਲ ਸੈਂਟੈਂਸ ਬਣਾਇਆ। ਫਿਰ ਕਹਿੰਦੇ ਜੀ ਇਹ ਲੌਜੀਕਲ ਆ ਕਿ ਹਾਊਸ ਹੋਲਡ ਟਾਸਕ ਸ਼ੇਅਰ ਹੋਣੇ ਚਾਹੀਦੇ ਆ। ਹਾਊਸ ਹੋਲਡ ਟਾਸਕ ਬਦਲ ਸਕਦਾ ਮੈਂ ਈਵਨਲੀ, ਮੈਨ ਤੇ ਵੂਮਨ ਹੋ ਗਿਆ, ਇਧਰਲੇ ਪਾਸੇ ਮੈਨੀ ਕੰਟਰੀਜ਼ ਹੋ ਗਿਆ। ਨਾਓ ਡੇਜ਼ ਲਈ ਮੈਂ ਸ਼ਾਇਦ ਦੇਖਿਆ ਤਾਂ ਨਹੀਂ, ਮੇ ਵੀ ਮੈਂ ਨਾਲ ਆਇਆ ਹੋਵੇ, ਤਾਂ ਜਾ ਕੇ ਦੇਖਦੇ ਜੀ ਆਪਾਂ ਕਿ ਉਹਨੇ ਕੀ ਬਣਦਾ ਵਾ, ਕਿਵੇਂ ਸਟਰਕਚਰ ਚੇਂਜ ਕੀਤੀ ਹੈ, ਕਿੱਦਾਂ ਸਾਰੀ ਚੀਜ਼। ਤੇ ਮੈਂ ਤੁਹਾਨੂੰ ਦੱਸਦਾ ਵਾਂ, ਜਦੋਂ ਮੈਂ ਇੱਥੇ ਲਿਖਣ ਤੋਂ ਪਹਿਲਾਂ ਹੀ ਵੋਕੈਬੂਲਰੀ ਆਪਣੇ ਮਾਈਂਡ 'ਚ ਬਿਲਡ ਕਰ ਰਹਿਣਾ ਵਾ। ਇਹਦਾ ਬੈਨੀਫਿਟ ਕੀ ਹੁੰਦਾ ਜੀ? ਮੇਰੇ ਲੈਕਸੀਕਲ ਰਿਸੋਰਸਸ ਸਾਈਡ ਤੇ ਹੋ ਜਾਂਦੇ ਆ, ਉਹ ਪਹਿਲਾਂ ਹੀ ਡਿਵੈਲਪ ਹੋ ਜਾਂਦੇ ਆ। ਤਾਂ ਧਿਆਨ ਨਾਲ ਦੇਖਿਓ ਜੀ। ਹੁਣ ਆ ਮੇਰੀ ਇੰਟਰੋ ਲਿਖੀ ਹੈ ਜੀ, ਜਿਹਦੇ ਵਿੱਚ ਥੀਸਿਸ ਸਟੇਟਮੈਂਟ ਤੇ ਆਪਣੀ ਪੈਰਾਫਰੇਜ਼ਿੰਗ। ਪਹਿਲੇ ਨੰਬਰ ਤੇ ਮੈਂ ਕੀ ਕਹੀ, ਧਿਆਨ ਨਾਲ ਦੇਖਿਓ। ਆ ਮੇਰੀ ਥੀਸਿਸ ਸਟੇਟਮੈਂਟ ਹੈ ਜੀ, ਨੀਚੇ ਵਾਲੀ ਇੱਕ ਸਿੰਗਲ ਲਾਈਨ, ਇਹ ਮੇਰੀ ਥੀਸਿਸ ਆ। ਉਦੋਂ ਪਹਿਲਾਂ ਜਿੰਨਾ ਵੀ ਇੱਥੋਂ ਲੈ ਕੇ ਇੱਥੋਂ ਤੱਕ ਕੰਮ ਕੀਤਾ ਵਾ, ਇਹ ਕਿੰਨਾ ਕੀਤਾ ਵਾ, ਇਹ ਮੈਂ ਦੱਸੀ ਚੀਜ਼ ਕਿ ਸਟੇਟਮੈਂਟ ਕੀ ਸੀ। ਤਾਂ ਮੈਂ ਸਟਾਰਟਿੰਗ ਕੀਤੀ ਜੀ, ਗੋਨ ਆਰ ਦਾ ਡੇਜ਼ ਦਾ ਪਾ ਲਿਓ ਜੀ, ਟਾਈਪਿੰਗ ਕਰਦੇ ਸਮੇਂ ਕਿਹੜੀ ਗਲਤੀ ਹੁੰਦੀ ਆ। ਗੋਨ ਆਰ ਦਾ ਡੇਜ਼, ਗੋਨ ਆਰ ਦਾ ਡੇਜ਼ ਇੱਕ ਫਰੇਜ਼ ਆ ਜਿਹਦਾ ਮਤਲਬ ਕੀ ਹੁੰਦਾ, ਉਹ ਦਿਨ ਗਏ। ਇਹਦਾ ਮਤਲਬ ਹੁੰਦਾ ਉਹ ਦਿਨ ਗਏ ਜਦੋਂ, ਕਿਉਂਕਿ ਹੁਣ ਮੈਂ ਕਹਿ ਰਿਹਾ ਵੀ ਉਹ ਦਿਨ ਗਏ ਤਾਂ ਨੈਚੁਰਲ ਜਾਂ ਇਹਦਾ ਮਤਲਬ ਕਿ ਅੱਗੇ ਜਾ ਕੇ ਗੱਲ ਪਾਸਟ ਦੀ ਕਹਿਣੀ ਪੈਣੀ ਲਾਈਨ ਜੀ। ਕਿਹੜੇ ਦਿਨ ਗਏ, ਗੱਲ ਉਹ ਪਾਸਟ ਦੀ ਹੋਊਗੀ। ਮੈਂ ਕੀ ਕਿਹਾ ਜੀ, ਗੋਨ ਆਰ ਦਾ ਡੇਜ਼ ਉਹ ਦਿਨ ਗਏ ਵੈਨ ਓਨਲੀ ਮੈਨ ਵਰ ਬ੍ਰੈਡ ਵਿਨਰਸ, ਉਹ ਦਿਨ ਗਏ ਜਦੋਂ ਸਿਰਫ ਮੈਨ ਹੀ ਕਮਾਉਣ ਵਾਲੇ ਸੀਗੇ। ਨਾਓ ਡੇਜ਼ ਵੂਮਨ ਹੈਵ ਆਲਸੋ ਗੋਟ, ਉਹਨਾਂ ਨੇ ਕੱਲਾ ਹੈਵ ਲਾਇਆ ਸੀ, ਮੈਂ ਪ੍ਰੈਜ਼ੈਂਟ ਪਰਫੈਕਟ ਬਣਾਤਾ ਥਰਡ ਫਾਰਮ ਲਾ ਕੇ। ਨਾਓ ਵੂਮਨ ਹੈਵ ਗੋਟ ਫੁੱਲ ਟਾਈਮ ਜੌਬਸ, ਮੈਂ ਕਿਹਾ ਜੀ ਉਹ ਦਿਨ ਗਏ ਜਦੋਂ ਕੱਲੇ ਮੈਨ ਹੀ ਯਾਨੀ ਕਿ ਕਮਾਉਣ ਵਾਲੇ ਸੀਗੇ, ਹੁਣ ਵੂਮਨ ਵੀ ਫੁੱਲ ਟਾਈਮ ਜੌਬਸ ਲੈ ਚੁੱਕੀਆਂ ਵਾ। ਸੋ ਸਮ ਸੇ, ਕੁਝ ਕਹਿੰਦੇ ਆ ਜੀ ਦੈਟ, ਉਹਨਾਂ ਨੇ ਕੀ ਕਿਹਾ ਸੀਗਾ ਜੀ, ਹਾਊਸ ਹੋਲਡ ਟਾਸਕ ਮੈਂ ਲਿਖਤਾ ਹਾਊਸ ਹੋਲਡ ਚੋਰਸ, ਹਾਊਸ ਹੋਲਡ ਚੋਰਸ ਉਹਨਾਂ ਨੇ ਕੀ ਕਿਹਾ ਸੀ ਜੀ, ਈਵਨਲੀ ਮੈਂ ਕਹਤਾ ਜੀ ਇਕੁਅਲੀ, ਸ਼ੁੱਡ ਬੀ ਇਕੁਅਲੀ ਡਿਸਟ੍ਰੀਬਿਊਟਡ, ਮੈਂ ਕਿਹਾ ਜੀ ਤਾਂ ਕਰਕੇ ਜਿਹੜੇ ਹਾਊਸ ਹੋਲਡ ਚੋਰਸ ਆ ਉਹ ਇੱਕੋ ਜਿਹੇ ਵੰਡੇ ਜਾਣੇ ਚਾਹੀਦੇ ਆ। ਕਿਹਦੇ ਵਿੱਚ? ਹਸਬੈਂਡ ਐਂਡ ਵਾਈਫ। ਉਹਨਾਂ ਨੇ ਕੀ ਕਿਹਾ ਸੀ ਜੀ, ਮੈਨ ਐਂਡ ਵੂਮਨ, ਮੈਂ ਕੀ ਲਿਖਤਾ ਜੀ ਹਸਬੈਂਡ ਐਂਡ ਵਾਈਫ। ਤਾਂ ਇਹ ਮੇਰੀ ਇੱਥੋਂ ਜੀ ਸਾਰੀ ਪੈਰਾਫਰੇਜ਼ਿੰਗ ਤੇ ਥੀਸਿਸ ਸਟੇਟਮੈਂਟ ਹੁਣ ਆਪਾਂ ਪੜ੍ਹਨ ਲੱਗੇ ਹਾਂ। ਥੀਸਿਸ ਸਟੇਟਮੈਂਟ ਵਿੱਚ ਮੈਂ ਕੀ ਕਿਹਾ ਜੀ, ਆਈ ਐਮ ਟੋਟਲੀ ਐਗਰੀ, ਮੈਂ ਟੋਟਲੀ ਐਗਰੀ ਹਾਂ ਜੀ। ਐਂਡ ਇੱਥੇ ਮਿਸਪ੍ਰਿੰਟ ਹੋਇਆ, ਇੱਥੇ ਕੋਮਾ ਪਾ ਲਿਓ, ਇਹ ਕੰਪਾਊਂਡ ਸੈਂਟੈਂਸ ਬਣਨ ਚੱਲਿਆ, ਅੱਗੋਂ ਇੱਕ ਨਵਾਂ ਸੈਂਟੈਂਸ ਸਟਾਰਟ ਹੋਣ ਲੱਗਾ ਜਿਹਦਾ ਸਬਜੈਕਟ ਆ ਸਾਰਾ, ਵਰਬ ਆ ਤੇ ਆਬਜੈਕਟ ਆ। ਮੈਂ ਕਿਹਾ ਜੀ ਮੈਂ ਟੋਟਲੀ ਐਗਰੀ ਹਾਂ, ਤੇ ਇਹ ਐਸੇ ਐਕਸਪਲੇਨ ਕਰੂਗਾ ਵਾਈ ਆਈ ਹੋਲਡ ਦਿਸ ਓਪੀਨੀਅਨ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਰ ਜਿਹੜਾ ਤੁਸੀਂ ਸਾਨੂੰ ਲਾਈਨ ਲਿਖਾਈ ਆ ਉਹ ਲਾਈਨ ਕੁਝ ਹੋਰ ਸੀਗੀ, ਤੇ ਆਹ ਵਾਲੀ ਜਿਹੜੀ ਥੀਸਿਸ ਆ ਇਹ ਕਾਫੀ ਜ਼ਿਆਦਾ ਨੇ ਕਿ ਮੈਮੋਰਾਈਜ਼ ਲੱਗਦੀ ਆ। ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਇਹ ਐਸੇ ਲਿਖਣ ਨੂੰ ਮੈਨੂੰ ਕਮ ਸੇ ਕਮ 9 ਤੋਂ 10 ਮੰਥ ਹੋ ਗਏ, ਤੇ ਜਿਹੜੀ ਮੈਂ ਤੁਹਾਨੂੰ ਨਵੀਂ ਥੀਸਿਸ ਲਿਖਵਾਈ ਆ ਉਹ ਆਪਣੀ ਤੇ ਫਿੱਟ ਹੋ ਜਾਣੀ ਹੈ ਜੀ। ਕਿਹੜੀ ਜੀ? several reasons have been explained of my being agree with this statement in the below given paragraphs। ਥੀਸਿਸ ਸਟੇਟਮੈਂਟ ਨੂੰ ਚੇਂਜ ਕਰ ਦਿਓ। ਤਾਂ ਆ ਮੇਰਾ ਐਸੇ ਹੋ ਗਿਆ ਜੀ ਸਾਰਾ ਥੀਸਿਸ ਸਟੇਟਮੈਂਟ। ਇੱਥੇ ਨੋਟ ਕਰਿਓ ਜੀ, ਤਾਂ ਆਪਾਂ ਕੀ ਲਿਖਣ ਲੱਗੇ ਤੇ ਥੀਸਿਸ ਸਟੇਟਮੈਂਟ ਨੂੰ ਉਹਦੇ ਆਪਾਂ ਨੋਟ ਕਰਵਾਈ ਸੀਗੀ ਇਹ ਤੁਹਾਨੂੰ ਕਿ ਇੱਕ ਸੈਕਿੰਡ ਵੇਟ ਕਰਿਓ। ਹਾਂਜੀ, ਤਾਂ ਉਦੋਂ ਆਪਾਂ ਕੀ ਕਿਹਾ ਸੀਗਾ ਜੀ, several reasons have been explained that of several reasons have been explained of my being fully agree with this statement in below given paragraph। अच्छा कुछ अपनी थीसिस होगी। इंट्रो ਦੇ ਵਿੱਚ ਮੈਂ ਵਰਡਿੰਗ ਬਦਲੀ, ਸਟਰਕਚਰ ਟੋਟਲੀ ਚੇਂਜ ਕਰਤੀ ਮੈਂ।
ਥੀਸਿਸ ਸਟੇਟਮੈਂਟ ਮੇਰੀ ਹੋ ਗਈ, ਇੰਟਰੋ ਦਾ ਮੇਰਾ ਕੰਮ ਇੱਥੇ ਡਨ ਹੋ ਗਿਆ ਜੀ। ਵਿੱਚ ਮੈਂ ਵਰਡ ਲਾਇਆ, ਬਾਅਦ ਚੋਂ ਆਪਾਂ ਸਾਰਿਆਂ ਤੇ ਨਿਗਾਹ ਮਾਰਾਂਗੇ, ਡੋਂਟ ਵਰੀ। ਹੁਣ ਮੇਰਾ ਪਹਿਲਾ ਪੁਆਇੰਟ ਕੀ ਐਕਸਪਲੇਨ ਕਰਦਾ ਜੀ ਕਿ ਇਹਦੇ ਨਾਲ ਵੂਮਨ ਸਟ੍ਰੈਸ ਫ੍ਰੀ ਹੋ ਸਕਦੀਆਂ ਵਾ, ਉਹਨਾਂ ਤੇ ਬੜਾ ਬਰਡਨ ਨਹੀਂ ਹੋ ਸਕਦਾ। ਤਾਂ ਧਿਆਨ ਨਾਲ ਦੇਖੋ, ਸਾਰੀ ਚੀਜ਼ ਨਾਲ ਨਾਲ ਆਪਾਂ ਨੋਟ ਕਰਾਂਗੇ ਇੱਕ ਇੱਕ ਚੀਜ਼। ਇੰਟਰੋ ਦੇ ਵਿੱਚ ਮੈਂ ਕੰਪਾਊਂਡ ਸੈਂਟੈਂਸ ਲਾਇਆ, ਉਹਨੂੰ ਨੋਟ ਕਰਿਓ ਜੀ ਸਾਰਿਆਂ ਨੇ, ਕੰਪਾਊਂਡ ਸੈਂਟੈਂਸ। ਅਗਲਾ ਸੈਂਟੈਂਸ BP1 ਸਟਾਰਟ ਹੁੰਦਾ, ਸਿੱਧੀ ਜੀਰਣ ਤੋਂ ਸਟਾਰਟਿੰਗ ਹੋ ਰਹੀ ਹੈ ਜੀ। ਕੀ ਕਹਿ ਰਿਹਾ ਮੈਂ? ਹੈਲਪਿੰਗ ਅ ਜੌਬ ਹੋਲਡਿੰਗ ਵੂਮਨ, 4 ਵਰਡਸ ਦਾ ਇੱਕ ਕੋਲੋਕੇਸ਼ਨ ਲਾਇਆ ਮੈਂ। ਜੌਬ ਹੋਲਡਿੰਗ ਵੂਮਨ ਕਿਹੜੀ ਹੁੰਦੀ ਹੈ ਜੀ? ਜਿਹਦੇ ਕੋਲੇ ਜੌਬ ਹੁੰਦੀ ਆ। ਜੀਰਣ ਤੋਂ ਸਟਾਰਟ ਹੋਈ ਹੈ ਜੀ। ਹੈਲਪਿੰਗ ਜੌਬ ਹੋਲਡਿੰਗ ਵੂਮਨ ਕੈਨ ਮੇਕ, ਬਣਾ ਸਕਦਾ ਵਾ, ਹਰ ਏਬਲ, ਉਹਨੂੰ ਯੋਗ ਬਣਾ ਸਕਦਾ। ਕਦ ਯੋਗ ਬਣਾ ਸਕਦਾ? ਟੂ ਸਪੈਂਡ ਸਟ੍ਰੈਸ ਫ੍ਰੀ ਲਾਈਫ। ਅਗੇਨ ਇੱਕ ਕੋਲੋਕੇਸ਼ਨ 3 ਵਰਡਸ ਦਾ। ਪਹਿਲੀ ਲਾਈਨ ਕੀ ਹੈ ਜੀ? ਹੈਲਪਿੰਗ ਅ ਜੌਬ ਹੋਲਡਿੰਗ ਵੂਮਨ ਕੈਨ ਮੇਕ ਹਰ ਏਬਲ ਟੂ ਸਪੈਂਡ ਅ ਸਟ੍ਰੈਸ ਫ੍ਰੀ ਲਾਈਫ। ਹੁਣ ਇਹ ਮੈਂ ਪੁਆਇੰਟ ਦੱਸਤਾ, ਐਗਜ਼ਾਮੀਨਰ ਨੂੰ ਨਹੀਂ ਪਤਾ ਵੀ ਕਿਵੇਂ ਬਣਾ ਸਕਦਾ ਵਾ। ਅਗਲੀਆਂ ਲਾਈਨਾਂ ਐਕਸਪਲੇਨ ਕਰਨਗੀਆਂ। ਕਨੈਕਟਰ ਕਿਹੜਾ ਲਾਇਆ ਜੀ? ਕਨੈਕਟਰ ਲਾਇਆ ਇਨਫੈਕਟ। ਮੈਂ ਇੱਥੇ ਕੁਝ ਕੁ ਸੱਚਾਈ ਦੱਸਣ ਲੱਗਾ ਵਾਂ। ਇਨਫੈਕਟ ਲੱਗਦਾ ਕਿੱਥੇ ਹੁੰਦਾ? ਜਦੋਂ ਕੋਈ ਆਪਾਂ ਇੱਥੇ ਇੱਕ ਸੱਚਾਈ ਵਗੈਰਾ ਦੱਸਣੀ ਹੋਵੇ। ਇਹਦਾ ਮਤਲਬ ਕੀ ਆ? ਅਸਲ ਵਿੱਚ ਮੈਂ ਕਿਹਾ ਜੀ, ਅਸਲ ਵਿੱਚ ਇਟਸ ਅ, ਹਾਂਜੀ, ਕੰਬਰਸਮ ਟਾਸਕ। ਕੰਬਰਸਮ ਟਾਸਕ ਦਾ ਮਤਲਬ ਕੀ ਜੀ? ਟਫ ਜੌਬ। ਇਹ ਕਾਫੀ ਜ਼ਿਆਦਾ ਟਫ ਟਾਸਕ ਆ ਜੀ, ਟਫ ਜੌਬ ਆ ਫॉर ए ਵੂਮਨ। ਵੂਮਨ ਦੇ ਲਈ ਰਿਲੇਟਿਵ ਪ੍ਰੋਨਾਉਨ ਹੈ। ਕਿਹੜੀ ਵੂਮਨ ਜੀ? ਜਿਹੜੀ ਕੰਮ ਕਰਦੀ ਆ ਫਰੋਮ 9 AM ਟੂ 5 PM ਟੂ ਮੇਕ ਡਿਨਰ। ਉਹਦੇ ਲਈ ਡਿਨਰ ਬਣਾਉਣਾ ਇੱਕ ਕੰਬਰਸਮ ਟਾਸਕ ਆ ਜੀ, ਫॉर ਦਾ ਹੋਲ ਫੈਮਿਲੀ, ਸਾਰੀ ਫੈਮਿਲੀ ਦੇ ਲਈ। ਆਫਟਰ, ਬਾਅਦ ਦੇ ਵਿੱਚ, ਬੀਇੰਗ ਐਗਜ਼ੌਸਟਡ ਫਰੋਮ ਵਰਕ। ਮੈਂ ਕਿਹਾ ਜੀ ਅਸਲ ਦੇ ਵਿੱਚ ਇਹ ਬਹੁਤ ਡਿਫਿਕਲਟ ਕੰਮ ਆ ਇੱਕ ਵੂਮਨ ਦੇ ਲਈ, ਜਿਹੜੀ 9 ਤੋਂ 5 ਕੰਮ ਕਰਦੀ ਆ। ਕਿਹੜਾ ਡਿਫਿਕਲਟ ਕੰਮ ਆ? ਮੈਂ ਕਿਹਾ ਜੀ ਡਿਨਰ ਬਣਾਉਣਾ ਸਾਰੀ ਫੈਮਿਲੀ ਦੇ ਲਈ, ਆਪਣੇ ਵਰਕ ਤੋਂ ਥੱਕੇ ਹੋਏ ਤੋਂ ਬਾਅਦ ਚੋਂ। ਵੀ ਜਦੋਂ 5 ਵਜੇ ਤੋਂ ਬਾਅਦ ਚੋਂ ਇੱਕ ਯਾਨੀ ਕਿ ਟਾਇਰਡ ਹੋ ਕੇ ਆਈ ਆ, ਉਹਦੇ ਲਈ ਬਹੁਤ ਡਿਫਿਕਲਟ ਆ, ਉਹਨੂੰ ਸਾਰੀ ਫੈਮਿਲੀ ਦੇ ਲਈ ਜਾਨੀ ਕਿ ਡਿਨਰ ਬਣਾਉਣਾ। ਤੇ ਇਹ ਮੈਂ ਤੁਹਾਨੂੰ ਦੱਸਾਂ ਕਿ ਇਹ ਇੱਕ ਜਸਟ ਕੰਪਲੈਕਸ ਸੈਂਟੈਂਸ ਆ, ਜਿਹੜਾ ਕੰਬੀਨੇਸ਼ਨ ਕਿੰਦਾ ਤੁਹਾਨੂੰ ਦੇਖਣ ਤੋਂ ਲੱਗ ਰਿਹਾ ਹੋ ਕਿ ਕਾਫੀ ਜ਼ਿਆਦਾ ਹੈਵੀ ਸੈਂਟੈਂਸ ਬਣਾਇਆ। ਜਸਟ ਇੱਕ ਕੰਪਲੈਕਸ ਸੈਂਟੈਂਸ ਆ, ਜਿਹਦੇ ਵਿੱਚ ਰਿਲੇਟਿਵ ਪ੍ਰੋਨਾਉਨ ਲਾਇਆ ਤੇ ਇੱਕ ਆ ਕੰਪਲੈਕਸ ਕੰਜੰਕਸ਼ਨ ਲਾਈ ਆ ਜੀ ਮੇਨ ਦੇ ਵਿੱਚ, ਆਹ ਵਾਲੀ। ਇਨ ਦਿਸ ਸਿਚੁਏਸ਼ਨ, ਮੈਂ ਕੋਰੈਂਸ ਡਿਵੈਲਪ ਕਰ ਰਿਹਾ। ਆਹ ਵਰਡ ਕੀ ਕਹਿਣਾ ਚਾਹੁੰਦਾ ਵਾ? ਕਿਹੜੀ ਸਿਚੁਏਸ਼ਨ? ਜਿਹੜੀ ਆਹ ਵਾਲੀ ਸਿਚੁਏਸ਼ਨ ਆ, ਜਿਹੜੀ ਉਹਨੂੰ ਥੱਕੀ ਹੋਈ ਆ ਜੌਬ ਤੋਂ ਬਾਅਦ ਚੋਂ ਤੇ ਡਿਨਰ ਬਣਾਉਣ ਦੇ ਯੋਗ ਉਹ ਨਹੀਂ ਹੈਗੀ। ਇਹ ਵਾਲੀ ਸਿਚੁਏਸ਼ਨ ਦੇ ਵਿੱਚ ਇਟ ਇਜ਼ ਨੈਸੈਸਰੀ, ਇਹ ਜ਼ਰੂਰੀ ਹੈ ਜੀ, ਫॉर ਅ ਹਸਬੈਂਡ, ਇੱਕ ਹਸਬੈਂਡ ਦੇ ਲਈ ਕੀ ਕਰਨਾ ਜ਼ਰੂਰੀ ਆ? ਟੂ ਟੇਕ, ਕੀ ਟੇਕ ਜੀ? ਸਮ ਡੋਮੈਸਟਿਕ ਚੋਰਸ। ਅਗੇਨ ਉਹ ਵਰਡ ਨੂੰ ਬਦਲ ਕੇ ਲਿਖਿਆ, ਰਿਸਪੌਂਸਿਬਿਲਟੀਜ਼। ਸੋ ਜੀ ਇਹ ਵਾਲੀ ਸਿਚੁਏਸ਼ਨ ਦੇ ਵਿੱਚ ਇੱਕ ਹਸਬੈਂਡ ਦੇ ਲਈ ਬਹੁਤ ਜ਼ਰੂਰੀ ਹੈ ਕਿ ਉਹ ਕੁਝ ਕੁ ਡੋਮੈਸਟਿਕ ਚੋਰਸ ਦੀਆਂ ਰਿਸਪੌਂਸਿਬਿਲਟੀਜ਼ ਲੈ ਲਵੇ। ਹੁਣ ਕਿਹੜੀਆਂ ਰਿਸਪੌਂਸਿਬਿਲਟੀਜ਼ ਤੇ ਕਿਵੇਂ ਐਗਜ਼ਾਮੀਨਰ ਨੂੰ ਦੱਸਣ ਲੱਗਾ, ਉਦੋਂ ਵੀ ਜ਼ਿਆਦਾ ਸੌਖਾ ਕਰਕੇ ਕਨੈਕਟਰ ਲਾਇਆ ਫॉर ਐਗਜ਼ਾਮਪਲ। ਹੁਣ ਐਗਜ਼ਾਮੀਨਰ ਇਹ ਹੋਪ ਰੱਖ ਰਿਹਾ ਮੇਰੇ ਤੋਂ ਕਿ ਇਹ ਪਰਸਨ ਮੈਨੂੰ ਸਮਝਾਉਣ ਲੱਗਾ ਕਿ ਕਿਹੜੇ ਟਾਈਪ ਦੀਆਂ ਰਿਸਪੌਂਸਿਬਿਲਟੀਜ਼ ਜਾਂ ਕਿਵੇਂ ਹੈਲਪ ਕਰੇ ਉਹ। ਮੈਂ ਕੀ ਕਿਹਾ ਜੀ? ਮੇਲਸ ਸ਼ੁੱਡ ਪ੍ਰਪੇਅਰ ਡਿਨਰ। ਮੈਂ ਕਿਹਾ ਜੀ ਮੇਲਸ ਨੂੰ ਜਾਂ ਤਾਂ ਜਾਨੀ ਕਿ ਡਿਨਰ ਪ੍ਰਪੇਅਰ ਕਰਨਾ ਚਾਹੀਦਾ, ਔਰ ਈਵਨ ਵਾਸ਼ ਯੂਟੈਂਸਿਲਸ, ਜਾਂ ਕੋਈ ਭਾਂਡੇ ਵਗੈਰਾ ਉਹਨੂੰ ਧੋਣੇ ਚਾਹੀਦੇ ਆ, ਟੂ ਹੈਲਪ देयर ਵਾਈਫਸ, ਆਪਣੀ ਵਾਈਫ ਦੀ ਹੈਲਪ ਕਰਨ ਦੇ ਲਈ। ਤੇ ਅੱਗੇ ਹੀ ਮੈਂ ਇੱਕ ਕਨੈਕਟਰ ਜੋੜ ਕੇ ਲਾਇਆ ਵਿਚ ਇਨ ਟਰਨ, ਜੋ ਕਿ ਬਦਲੇ ਦੇ ਵਿੱਚ। ਮੈਂ ਕਿਹਾ ਜੋ ਆ ਕੰਮ ਦੋ ਹਸਬੈਂਡ ਨੇ ਕਰਨੇ ਆ ਨਾ, ਆਹ ਵਾਲੇ ਪਹਿਲੇ ਨੰਬਰ ਤੇ ਆ, ਦੂਸਰੇ ਨੰਬਰ ਤੇ ਆ, ਇਹ ਚੀਜ਼ ਬਦਲੇ ਦੇ ਵਿੱਚ ਕੀ ਕਰਦੀ ਆ? ਮੈਂ ਕਿਹਾ ਲੈਟ देयर ਵਾਈਫਸ ਲਿਵ ਲਾਈਫ ਟੂ ਦਾ ਫੁੱਲੈਸਟ। ਇਹ ਜਿਹੜੀ ਹੈਲਪ ਆ, ਇਹ ਉਹਨਾਂ ਦੀ ਵਾਈਫ ਨੂੰ ਜਾਨੀ ਕਿ ਲਾਈਫ ਖੁੱਲ ਕੇ ਜਿਉਣ ਦਾ ਮੌਕਾ ਦਿੰਦੀ ਹੈ। ਇੱਥੇ ਇੱਕ ਚੀਜ਼ ਨੋਟ ਕਰਿਓ ਕਿ ਐਂਡ ਵਾਲਾ ਸੈਂਟੈਂਸ ਖਤਮ ਕਿੱਥੇ ਹੋ ਰਿਹਾ ਵਾ? ਲਾਈਫ ਟੂ ਦਾ ਫੁੱਲੈਸਟ ਉਹ ਸੈਂਟੈਂਸ ਨਾਲ ਜਿੱਥੋਂ ਕੋਈ ਚੀਜ਼ ਸਟਾਰਟ ਹੋਈ ਸੀਗੀ। ਇਹਨੂੰ ਕਹਿੰਦੇ ਆ ਕਲੋਜ਼ ਨਿਟ ਪੈਰਾਗ੍ਰਾਫ। ਕਲੋਜ਼ ਨਿਟ ਪੈਰਾਗ੍ਰਾਫ ਕਿਹੜਾ ਹੁੰਦਾ? ਜੋ ਟਾਈਟਲੀ ਬਾਉਂਡ ਹੋਵੇ ਇੱਕ ਦੂਜੇ ਨਾਲ, ਜਿਹਦੀ ਇੱਕ ਇੱਕ ਲਾਈਨ ਇੱਕ ਦੂਸਰੇ ਨੂੰ ਇਹ ਜਾਨੀ ਕਿ ਤਰੀਕੇ ਨਾਲ ਸਪੋਰਟ ਕਰੀ ਜਾਂਦੀ ਹੋਵੇ ਕਿ ਜਿਵੇਂ ਚੋਂ ਇੱਕ ਲਾਈਨ ਕੋਈ ਚੱਕ ਵੀ ਦੇਵਾਂ ਤਾਂ ਏਦਾਂ ਫੀਲ ਹੁੰਦਾ ਕਿ ਕੜੀ ਟੁੱਟ ਗਈ।
ਇਹਦੇ ਵਿੱਚ ਕੀ ਯੂਜ਼ ਕੀਤਾ, ਹੁਣ ਧਿਆਨ ਨਾਲ ਦੇਖਿਓ। ਹੁਣ ਚੱਕੋ ਆਪਣੇ ਪੈਰਾਮੀਟਰ। ਕੋਰੈਂਸ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਜੀ ਇਹਦਾ ਕਿ ਇਹਦੇ ਵਿੱਚ ਕੋਰੈਂਸ ਕਿਹੜੇ ਲੈਵਲ ਦੀ ਆ। ਹਰ ਇੱਕ ਲਾਈਨ ਇੱਕ ਉੱਪਰਲੀ ਲਾਈਨ ਨੂੰ ਸਪੋਰਟ ਕਰ ਰਹੀ ਆ। ਕਨੈਕਟਰ ਕਿਹੜੇ ਕਿਹੜੇ ਆ ਜੀ, ਆ ਉਦੋਂ ਲਾਉਂਦੇ ਹੁੰਦੇ ਆ ਜਦੋਂ ਕੋਈ ਇੱਕ ਅਸਲ ਚ ਗੱਲ ਦੱਸਣੀ ਹੋਵੇ। ਦਿਸ ਸਿਚੁਏਸ਼ਨ ਕਿਹੜੀ, ਤਾਂ ਕਿ ਪਿਛਲੇ ਨਾਲ ਇਹ ਬਾਉਂਡ ਹੋ ਸਕੇ ਚੀਜ਼। ਤੇ ਆ ਦਿਸ ਇੱਕ ਕਨੈਕਟਰ ਹੈ ਇੱਥੇ ਜੀ। ਅੱਗੇ ਜਾ ਕੇ ਕਿਹੜਾ ਲਾਇਆ ਜੀ, ਫੋਰ ਇੰਸਟੈਂਸ। ਸਿਰਫ 3 ਕਨੈਕਟਰ ਲਾਏ, ਜਿਨ੍ਹਾਂ ਵਿੱਚੋਂ 2 ਇੰਨੇ ਕੁ ਜ਼ਿਆਦਾ ਅਨਕਾਮਨ ਸੀਗੇ, ਹਾਰਡਲੀ ਕੋਈ ਯੂਜ਼ ਕਰ ਪਾਉਂਦਾ। ਤੇ ਜਿਹੜਾ ਆ ਸੀਗਾ ਇੱਕ, ਇਹ ਥੋੜਾ ਜਿਹਾ ਨਾਰਮਲ। ਜੇ ਗੱਲ ਕਰਾਂ ਜੀ ਮੈਂ GRA ਦੀ, ਤਾਂ GRA ਦੇ ਵਿੱਚ ਕੀ ਆ, ਪਹਿਲੇ ਨੰਬਰ ਤੇ ਲਾਇਆ ਜੀਰੰਡ। ਅੱਗੇ ਜਾ ਕੇ ਸੈਂਟੈਂਸ ਸੀਗਾ ਜੀ, ਹੈਵੀ ਸੈਂਟੈਂਸ ਸੀਗਾ, ਜੋ ਕੰਪਲੈਕਸ ਤੇ ਰਿਲੇਟਿਵ ਪ੍ਰਨਾਉਨ ਦਾ ਕੰਬੀਨੇਸ਼ਨ ਆ। ਬਟ ਕੰਟਰੋਲ ਇਹ ਤਰੀਕੇ ਨਾਲ ਕੀਤਾ, ਕੋਈ ਬਿਨਾ ਫਾਲਤੂ ਮੈਂ ਇਹਨੂੰ ਐਂਡ ਸੋ ਗਾਂ ਦੀ ਗਾਂ ਲਾਈ ਨਹੀਂ ਮੈਂ ਇਹਦੇ ਵਿੱਚ ਹਲੇ ਤੱਕ। ਨੈਕਸਟ ਕਿਹੜਾ ਸੈਂਟੈਂਸ ਆ, ਫਿਰ ਇੱਕ ਰਿਲੇਟਿਵ ਪ੍ਰਨਾਉਨ ਦੇ ਨਾਲ ਇਹ ਚੀਜ਼ ਨੂੰ ਜੋੜਿਆ ਹੋਇਆ ਵਾ। ਸਿਰਫ ਸੈਂਟੈਂਸ ਯੂਜ਼ ਕਿੰਨੇ ਕੀਤੇ ਮੈਂ ਇਹਦੇ ਵਿੱਚ, ਸਿਰਫ ਗਿਣਤੀ ਦੇ ਮੈਂ ਸੈਂਟੈਂਸ ਵਿੱਚ ਯੂਜ਼ ਕੀਤੇ। ਜੇ ਆਪਾਂ ਗਿਣ ਵੀ ਲਈਏ ਤਾਂ ਇਹਦੇ ਵਿੱਚ ਸੈਂਟੈਂਸ ਆਇਆ, ਆ ਪਹਿਲੇ ਨੰਬਰ ਵਾਲਾ ਸੈਂਟੈਂਸ ਹੈ ਜੀ। ਇੱਥੋਂ ਲੈ ਕੇ ਤੇ ਇੱਥੋਂ ਤੱਕ ਸਿਰਫ ਦੂਜਾ ਸੈਂਟੈਂਸ, ਆਹ ਵਾਲਾ ਲੈ ਕੇ ਤੇ ਆਹ ਵਾਲਾ ਸਿਰਫ ਤੀਜਾ ਸੈਂਟੈਂਸ ਆ ਜੀ। ਆਹ ਲੈ ਕੇ ਤੇ ਇੱਥੋਂ ਲੈ ਕੇ ਚੌਥਾ ਸੈਂਟੈਂਸ ਆ। ਇੱਕ ਪੁਆਇੰਟ ਨੂੰ 4 ਸੈਂਟੈਂਸਾਂ ਦੇ ਵਿੱਚ ਸਣੇ ਐਗਜ਼ਾਮਪਲ ਕਵਰ ਕਰਤਾ ਜੀ ਇਹਦੇ ਵਿੱਚ। ਅੱਗੇ ਹੁਣ ਮੈਂ ਸੈਕਿੰਡ ਪੁਆਇੰਟ ਵਾਲੀ ਚੱਲੇ ਆ। ਕਨੈਕਟਰ ਕਿਹੜਾ ਲਾਤਾ ਸਟਾਰਟਿੰਗ ਚ, ਮੋਰ ਓਵਰ। ਤੇ ਹਲੇ ਤੱਕ ਮੈਂ ਕੰਡੀਸ਼ਨਲ ਸੈਂਟੈਂਸ ਲਾਇਆ ਹੀ ਨਹੀਂ ਸੀਗਾ। ਮੇਰੇ ਮਾਈਂਡ 'ਚ ਹੈਗਾ ਵਾ ਕਿ ਮੈਂ ਹੁਣ ਤੱਕ ਕੀ ਯੂਜ਼ ਕਰਕੇ ਆਇਆ ਵਾਂ। ਮੈਂ ਜੀਰੰਡ ਯੂਜ਼ ਕਰਤਾ, ਮੈਂ ਕੰਪਾਊਂਡ ਸੈਂਟੈਂਸ ਯੂਜ਼ ਕਰਤਾ, ਮੈਂ ਕੰਪਲੈਕਸ ਦੀ ਇੱਕ ਜਾਨੀ ਕਿ ਕੰਜੰਕਸ਼ਨ ਜਿਹਦਾ ਨਾਮ ਆਫਟਰ ਆ ਉਹ ਯੂਜ਼ ਕੀਤਾ ਜੀ। ਤੇ ਮੈਂ ਬਸ ਆਹ ਚੀਜ਼ਾਂ ਹਲੇ ਤੱਕ ਕੀਤੀ। ਅੱਗੇ ਜਾ ਕੇ ਕੀ ਕਿਹਾ ਜੀ, ਮੋਰ ਓਵਰ। ਇਹਦੇ ਨਾਲ ਮੈਂ ਕਿਹਾ ਇਫ ਅ ਵਾਈਫ ਆਂਸ, ਜੇ ਕੋਈ ਵਾਈਫ ਮੈਂ ਕਿਹਾ ਕਮਾਉਂਦੀ ਹੈ ਜੀ, ਇਟ ਡਜ਼ਨਟ ਮੀਨ, ਇਹਦਾ ਮਤਲਬ ਆਹ ਨਹੀਂਗਾ ਸ਼ੀ ਗੈਟਸ ਇਨਕਮ ਫॉर ਹਰ ਓਨ ਨੀਡਸ। ਇਹਦਾ ਮਤਲਬ ਇਹ ਨਹੀਂਗਾ ਜੀ ਕਿ ਉਹ ਸਿਰਫ ਆਪਣੀਆਂ ਲੋੜਾਂ ਦੇ ਲਈ ਹੀ ਕਮਾ ਰਹੀ ਆ। ਅੱਗੇ ਇੱਕ ਨੈਚੁਰਲ ਕਨੈਕਟਰ ਫੇਰ ਲਾਇਆ, ਐਜ਼ ਅ ਮੈਟਰ ਆਫ ਫੈਕਟ। ਐਜ਼ ਅ ਮੈਟਰ ਆਫ ਫੈਕਟ ਦਾ ਮਤਲਬ ਫੇਰ ਕੀ ਹੁੰਦਾ ਜੀ, ਰਿਐਲਿਟੀ ਵਿੱਚ, ਇਨ ਰਿਐਲਿਟੀ। ਇਹ ਕਨੈਕਟਰ ਕੀ ਆ, ਇਨ ਰਿਐਲਿਟੀ। ਮੈਂ ਕਿਹਾ ਜੀ ਜੇ ਕੋਈ ਵਾਈਫ ਕਮਾ ਰਹੀ ਆ, ਕੰਪਲੈਕਸ ਸੈਂਟੈਂਸ ਆ ਜੀ, ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਖੁਦ ਦੀਆਂ ਲੋੜਾਂ ਲਈ ਕਮਾ ਰਹੀ ਆ। ਅਸਲ ਗੱਲ ਮੈਂ ਕਿਹਾ ਇਹ ਆ, ਮੋਸਟਲੀ ਫੀਮੇਲਸ ਅਪਲਾਈ ਲੈਕਸੀਕਲ ਰਿਸੋਰਸਸ। ਦੇਖੋ ਜੀ ਜੌਬ ਲਈ ਅਪਲਾਈ ਵਰਡ ਯੂਜ਼ ਕੀਤਾ ਜੀ। ਤੁਸੀਂ ਕੀ ਲਿਖਣਾ ਸੀਗਾ, ਡੂ ਜੌਬ। ਇੱਥੋਂ ਹੀ ਵੀਕ ਪੈ ਗਿਆ, ਲੈਕਸੀਕਲ ਰਿਸੋਰਸ ਦੀ ਵੇਟੇਜ ਘਟ ਗਈ। ਜ਼ਿਆਦਾਤਰ ਫੀਮੇਲਸ ਜੌਬ ਲਈ ਅਪਲਾਈ ਕਰਦੀਆਂ ਵਾ ਟੂ ਫੁਲਫਿਲ ਦਾ ਨੀਡਸ ਆਫ देयर ਫੈਮਿਲੀ, ਆਪਣੀਆਂ ਫੈਮਿਲੀ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਜੀ। ਪਹਿਲਾ ਕੰਪਲੈਕਸ ਸੈਂਟੈਂਸ ਸੀਗਾ, ਮੈਂ ਲਿਖਦੇ ਹੋਏ ਬੜਾ ਹਾਈਪਰ। ਦੇਖੋ ਇੱਕ ਗੱਲ ਯਾਦ ਰੱਖਿਓ, ਜੇ ਮੈਂ ਉੱਪਰ ਜੀਰੰਡ ਤੇ ਕੰਪਾਊਂਡ ਤੇ ਕੰਜੰਕਸ਼ਨ ਕੰਪਲੈਕਸ ਸ਼ੋ ਕਰਤੀ ਨਾ ਪਹਿਲੇ BP ਚ, ਇਹਦਾ ਮਤਲਬ ਐਗਜ਼ਾਮੀਨਰ ਨੂੰ ਇਹ ਜੱਜ ਹੋ ਗਿਆ ਕਿ ਜੋ ਰਾਈਟਰ ਆ ਉਹਨੂੰ ਗ੍ਰਾਮਰ ਦੀ ਵਾਸਟ ਨੌਲੇਜ ਹੈਗੀ ਆ। ਉੱਪਰ ਜਿਹੜੇ ਸੈਂਟੈਂਸ ਕੰਟਰੋਲ ਕੀਤੇ ਹੋਏ ਆ ਉਹਨਾਂ ਨੇ ਸਾਬਿਤ ਕਰਤੀ ਚੀਜ਼। ਮੈਂ ਵਾਰੀ-ਵਾਰੀ ਐਗਜ਼ਾਮੀਨਰ ਨੂੰ ਫੋਰਸ ਨਹੀਂ ਕਰਨਾ ਚਾਹੁੰਦਾ ਹੁੰਦਾ ਕਿ ਮੈਨੂੰ ਬਹੁਤ ਕੰਪਲੈਕਸਿਟੀ ਆਉਂਦੀ ਹੈ, ਤੂੰ ਜ਼ੋਰ ਦੇ ਮੇਰੇ ਐਸੇ ਉੱਪਰ। ਇਹ ਚੀਜ਼ ਹਰ ਇੱਕ ਬ੍ਰੇਨ ਨੂੰ ਇਰੀਟੇਟ ਕਰ ਦਿੰਦੀ ਆ। ਬੈਂਡ ਡਿਕਰੀਜ਼ ਹੁੰਦੇ ਆ ਜੀ। 9 ਬੈਂਡ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਐਸੇ ਇੰਨਾ ਕੁ ਜ਼ਿਆਦਾ ਫਲੋ ਵਿੱਚ ਚੜਨ ਯਾਨੀ ਕਿ ਚੱਲਣਾ ਚਾਹੀਦਾ, ਉਹਦੇ ਵਿੱਚ ਕੋਈ ਦਿੱਕਤ ਹੋਣੀ ਹੋਈ ਨਹੀਂ ਚੜਦੀ ਵੀ ਜੋ ਵੀ ਉਹਨੂੰ ਰੀਡ ਕਰੀ ਜਾਂਦਾ ਵਾ। ਮੈਂ ਆਹ ਵਾਲਾ ਸੈਂਟੈਂਸ ਸਿੰਪਲ ਰੱਖਿਆ ਕਿਉਂਕਿ ਮੈਨੂੰ ਪਤਾ ਕਿ ਮੈਂ ਕਿਸ ਲੈਵਲ ਦੇ ਸੈਂਟੈਂਸ ਲਾ ਚੁੱਕਿਆ ਵਾਂ, ਮੈਨੂੰ ਜ਼ਿਆਦਾ ਜ਼ੋਰ ਦੇਣ ਦੀ ਲੋੜ ਨਹੀਂ ਹੁਣ। ਕੀ ਕਹਿੰਦੇ ਜੀ, ਮੈਂ ਅੱਗੇ ਜਾ ਕੇ ਹੁਣ ਲਿਖਿਆ ਕਨੈਕਟਰ ਫਿਰ ਉਹ ਲਾਇਆ ਵਾ ਜਿਹੜਾ ਬਾਹਲਾ ਕਾਮਨ ਨਹੀਂਗਾ। ਕੀ ਕਿਹਾ ਜੀ, ਟੇਕ ਇੰਡੀਆ ਐਜ਼ ਐਨ ਐਗਜ਼ਾਮਪਲ। ਮੈਂ ਕਿਹਾ ਇੰਡੀਆ ਨੂੰ ਐਗਜ਼ਾਮਪਲ ਦੇ ਤੌਰ ਤੇ ਲੈ ਲਓ ਜੀ। ਮੋਸਟ ਆਫ ਦਾ ਹਾਊਸ ਵਾਈਫਸ, ਜ਼ਿਆਦਾਤਰ ਜਿਹੜੀਆਂ ਮੈਂ ਕਿਹਾ ਹਾਊਸ ਵਾਈਫਸ ਹੈਗੀਆਂ ਵਾ, ਟੇਕ देयर ਸਟੈਪਸ ਆਊਟ ਆਫ ਦਾ ਕਿਚਨ। ਇੱਥੇ ਮੈਂ ਕੀ ਕੀਤਾ ਸੀਗਾ ਜੀ, ਇੱਥੇ ਥੋੜੀ ਜਿਹੀ ਲੈਂਗੁਏਜ ਜਿਹੜੀ ਹੈਗੀ ਆ ਉਹ ਈਡੀਆਮੈਟਿਕ ਰੱਖੀ ਆ ਜੀ। ਇੱਥੇ ਥੋੜੀ ਜਿਹੀ ਲੈਂਗੁਏਜ ਜਿਹੜੀ ਹੈਗੀ ਆ ਈਡੀਆਮੈਟਿਕ ਰੱਖੀ ਆ ਤਾਂ ਕਿ ਮੇਰੀ ਸਾਰੀ ਲੈਂਗੁਏਜ ਟੋਟਲੀ ਵੀ ਬਾਲੀ ਫਾਰਮਲ ਨਾ ਲੱਗੇ। 9 ਬੈਂਡ ਵਿੱਚ ਉਹਨਾਂ ਨੇ ਕੀ ਕਿਹਾ ਸੀਗਾ, ਤੁਹਾਡੇ ਐਕਸਪ੍ਰੈਸ਼ਨ ਈਡੀਆਮੈਟਿਕ ਟੱਚ ਹੋਣੇ ਚਾਹੀਦੇ ਆ ਮਾੜੇ ਮਾੜੇ। ਮੈਂ ਕਹੀ ਜ਼ਿਆਦਾਤਰ ਹਾਊਸ ਵਾਈਫ ਦੇਖੋ ਉਹ ਚੀਜ਼ ਨੂੰ ਨਹੀਂ ਮੈਂ ਮੰਨਦਾ ਕਿ ਜਾਨੀ ਕਿ ਤੁਸੀਂ ਲਾ ਦੋ ਕਿ every coin has two sides, ਇਹ ਇੱਕ ਅਨਕਾਮਨ ਜਿਹਾ ਸੀਗਾ ਬਹੁਤ ਜ਼ਿਆਦਾ।
ਮੈਂ ਕਿਹਾ ਜੀ ਜ਼ਿਆਦਾਤਰ ਹਾਊਸ ਵਾਈਫਸ ਆਪਣਾ ਕਦਮ ਕਿਚਨ ਚੋਂ ਬਾਹਰ ਰੱਖਦੀਆਂ, ਇਹਦਾ ਮਤਲਬ ਕੀ ਹੁੰਦਾ ਵਾ ਕਿ ਘਰੋਂ ਬਾਹਰ ਨਿਕਲਦੀਆਂ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਕਿ ਚੁੱਲ੍ਹੇ ਤੋਂ ਬਾਹਰ ਨਿਕਲਣਾ, ਜਾਣੀ ਕਿ ਰਸੋਈ ਚੋਂ ਬਾਹਰ ਨਿਕਲਣਾ। ਮੈਂ ਕਿਹਾ ਜ਼ਿਆਦਾਤਰ ਜੋ ਹਾਊਸ ਵਾਈਫਸ ਆ ਉਹ ਆਪਣਾ ਜੋ ਕਦਮ ਆ ਉਹ ਕਿਚਨ ਚੋਂ ਬਾਹਰ ਰੱਖਦੀਆਂ, not because they want to fulfill their own dreams, ਨਾ ਕਿ ਮੈਂ ਕਿਹਾ ਵੀ ਉਹ ਆਪਣੀਆਂ ਲੋੜਸ ਪੂਰੀਆਂ ਕਰਨ ਲਈ, but because they want to help their family। ਮੈਂ ਕਿਹਾ ਜੀ ਜ਼ਿਆਦਾਤਰ ਹਾਊਸ ਵਾਈਫਸ ਆਪਣਾ ਪੈਰ ਕਿਚਨ ਚੋਂ ਬਾਹਰ ਰੱਖਦੀਆਂ ਨਾ ਕਿ ਸਿਰਫ ਖੁਦ ਦੀਆਂ ਲੋੜਾਂ ਦੇ ਲਈ, ਖੁਦ ਦੇ ਡ੍ਰੀਮ ਪੂਰੇ ਕਰਨ ਲਈ, ਬਲਕਿ ਮੈਂ ਕਿਹਾ ਜੀ ਆਪਣੀ ਫੈਮਿਲੀ ਦੀ ਹੈਲਪ ਕਰਨ ਦੇ ਲਈ। ਇਹ ਚੀਜ਼ ਕਿੱਥੇ ਹੋ ਰਹੀ ਹੈ? ਇੰਡੀਆ ਦੇ ਵਿੱਚ। ਮੈਂ ਕਿਹਾ ਜੀ ਕੰਜੰਕਸ਼ਨ ਕਿਹੜੀ ਲਾਈ ਹੈ? ਇੱਕ ਕੰਪਲੈਕਸ ਕੰਜੰਕਸ਼ਨ ਲਾਈ ਹੈ ਜੋ ਬਹੁਤ ਜ਼ਿਆਦਾ ਰੇਅਰ ਆ। ਉਹਦਾ ਨਾਮ ਕੀ ਹੈ ਜੀ? ਹਾਂਜੀ, not because but because, not because but because। ਜਿਵੇਂ ਤੁਸੀਂ ਇਹ ਲਾਉਂਦੇ ਹੁੰਦੇ ਹੋ ਨਾ, not only but also, not only but also। ਉਸੇ ਤਰ੍ਹਾਂ ਇੱਕ ਕੰਜੰਕਸ਼ਨ ਇਹ ਵੀ ਆ, not because, ਜਾਨੀ ਕਿ not because but because, ਨਾ ਕਿ ਸਿਰਫ ਆਹ ਚੀਜ਼ ਦੇ ਲਈ ਬਲਕਿ ਆਹ ਚੀਜ਼ ਦੇ ਲਈ। ਫੋਰ ਐਗਜ਼ਾਮਪਲ ਜਿਵੇਂ ਮੈਂ ਤੁਹਾਨੂੰ ਕਹਿ ਦਵਾਂ ਕਿ ਮੈਂ ਟਾਸਕ 2 ਕਰਵਾ ਰਿਹਾ ਵਾਂ, ਜਾਨੀ ਕਿ ਨਾ ਕਿ ਸਿਰਫ GRA ਦੇ ਲਈ ਬਲਕਿ ਟਾਸਕ ਰਿਸਪੌਂਸ, ਕੋਰੈਂਸ ਕੁਇਜ਼ਨ ਤੇ ਲੈਕਸੀਕਲ ਰਿਸੋਰਸਸ ਦੇ ਲਈ ਵੀ। ਇੱਥੇ ਇਹ ਸਟਰਕਚਰ ਲੱਗਦੀ ਹੁੰਦੀ ਹੈ ਜੀ। ਜਦੋਂ ਕੋਈ ਚੀਜ਼ ਸਿਰਫ ਇੱਕ ਕੰਮ ਲਈ ਨਹੀਂ ਬਲਕਿ ਉਹਦਾ ਪਰਪਸ ਇੱਕ ਹੋਰ ਨਿਕਲਣਾ ਹੋਵੇ। ਇੱਥੇ ਵੀ ਤਾਂ ਸੇਮ ਹੀ ਹੋਇਆ ਸੀ, ਨਾ ਕਿ ਉਹ ਖੁਦ ਦੀਆਂ ਲੋੜਾਂ ਲਈ ਬਲਕਿ ਫੈਮਿਲੀ ਦੀਆਂ ਲੋੜਾਂ ਲਈ ਵੀ। ਅੱਗੇ ਜੀ ਮੈਂ ਕੀ ਕੀਤਾ, ਹੁਣ ਧਿਆਨ ਨਾਲ ਦੇਖਿਓ। ਆਹ ਮੇਰਾ ਜੀ ਪੁਆਇੰਟ ਸੀਗਾ, ਇੱਥੇ ਮੈਂ ਉਹਨੂੰ ਦੱਸਿਆ ਵੀ ਰਿਐਲਿਟੀ ਦੇ ਵਿੱਚ ਜੀ ਆਹ ਚੀਜ਼ ਆ। ਐਗਜ਼ਾਮਪਲ ਆਪਣੀ ਕੰਟਰੀ ਦੇ ਲਈ ਜੀ ਰਿਜ਼ਲਟ ਕੱਢਣ ਲੱਗਾ ਕਾਹਦਾ ਜੀ, one whose wife। ਤਾਂ ਮੈਂ ਇੱਥੇ one ਦਾ ਮਤਲਬ one person, ਰਿਲੇਟਿਵ ਪ੍ਰਨਾਉਨ ਮੈਂ ਲਾਇਆ, ਇੱਕ ਪਰਸਨ ਜਿੰਦੀ ਵਾਈਫ ਐਟ ਵਰਕ। ਮੈਂ ਕਿਹਾ ਜੀ ਇੱਕ ਪਰਸਨ ਜਿਹਦੀ ਵਾਈਫ ਕੰਮ ਦੇ ਉੱਪਰ ਆ, should be ready, ਉਹ ਪਰਸਨ ਨੂੰ ਤਿਆਰ ਰਹਿਣਾ ਚਾਹੀਦਾ ਵਾ ਕਾਹਦੇ ਲਈ? to handle ਕਰਨ ਦੇ ਲਈ half of the household task। ਮੈਂ ਕਿਹਾ ਜੀ ਤਾਂ ਕਰਕੇ ਫਿਰ ਉਹ ਪਰਸਨ ਜਿਹਦੀ ਵਾਈਫ ਕੰਮ ਉੱਪਰ ਆ, ਉਹ ਬੰਦੇ ਨੂੰ ਰੈਡੀ ਰਹਿਣਾ ਚਾਹੀਦਾ ਕਿ ਉਹ ਅੱਧੇ ਕੰਮ ਕਰ ਸਕੇ। ਤਾਂ ਇਹ ਮੇਰਾ ਸੈਕੰਡ BP ਸੀਗਾ ਜੀ। ਐਨਾਲਾਈਜ਼ ਜੇ ਆਪਾਂ ਇਹਨੂੰ ਕਰੀਏ ਤਾਂ ਇਹਦੇ ਵਿੱਚ ਇੱਕ ਕੰਪਲੈਕਸ ਸੈਂਟੈਂਸ ਲਾਇਆ ਜੀ, ਜੋ ਇਹਦੇ ਵਿੱਚ ਕਨੈਕਟਰ ਲਾਇਆ ਵਾ ਜੀ ਉਹ ਕਾਫੀ ਜ਼ਿਆਦਾ ਅਨਕੋਮਨ ਬਣਾ ਕੇ ਲਾਇਆ। ਸਿੰਪਲ ਸੈਂਟੈਂਸ ਰੱਖੇ ਆ, ਬਿਲਕੁਲ ਰੱਖੇ ਆ। ਕਿਉਂ? ਕਿਉਂਕਿ ਸਾਰੇ ਕੰਪਲੈਕਸ ਸੈਂਟੈਂਸ ਲਿਖਣ ਦੇ ਨਾਲ 5.5 ਮਿੰਟ ਤੋਂ ਜ਼ਿਆਦਾ ਨਹੀਂ ਤੁਸੀਂ ਹੋਪ ਕਰ ਸਕਦੇ, ਕਿਉਂਕਿ ਤੁਸੀਂ ਫੋਰਸਫੁਲੀ ਕਰ ਰਹੇ ਹੋ ਰਾਈਟਿੰਗ ਨੂੰ। ਰਾਈਟਿੰਗ ਐਕਚੁਅਲ ਦੇ ਵਿੱਚ 7+ ਵਾਲੀ ਰਾਈਟਿੰਗ ਕਿਹੜੀ ਹੁੰਦੀ ਆ? ਜੋ ਮਿਕਸਚਰ ਹੋਵੇ। ਆ ਮੇਰੇ ਐਸੇ ਦੇ ਵਿੱਚ ਸਿੰਪਲ ਸੈਂਟੈਂਸ ਪਏ ਆ ਜੀ, ਅਗਲਾ ਵੀ ਸਿੰਪਲ ਸੈਂਟੈਂਸ ਆ, ਉਦੋਂ ਉੱਪਰਲਾ ਕੀ ਸੀ ਜੀ? ਕੰਪਲੈਕਸ ਸੈਂਟੈਂਸ ਸੀਗੇ ਜੀ। ਤੇ ਜੇ ਆਪਾਂ ਦੇਖੀਏ ਕਿ ਲੈਕਸੀਕਲ ਰਿਸੋਰਸ, ਤਾਂ ਉਹਦੇ ਵਿੱਚ ਸੁਟੇਬਲ ਵਰਡ ਯੂਜ਼ ਕੀਤੇ। ਅਪਲਾਈ ਵਰਡ ਹੋ ਗਿਆ ਜਿਵੇਂ ਜੀ, ਇਹਦੇ ਲਈ ਜਿਵੇਂ ਫੁੱਲਫਿਲ, ਡ੍ਰੀਮਸ ਲਈ ਫੁੱਲਫਿਲ ਵਰਡ ਲਾਇਆ ਜੀ, ਮੈਂ ਬਦਲ ਕੇ ਲਾਇਆ ਹਾਊਸ ਹੋਲਡ ਟਾਸਕ ਹੋ ਗਿਆ ਜਿਵੇਂ ਜੀ। ਇੱਥੇ ਮੈਂ ਹੈਂਡਲ ਟਰਮ ਹੋ ਗਈ ਜੀ। ਇੱਥੇ ਸਟੈਪ ਆਊਟ ਆਫ ਦਾ ਕਿਚਨ, ਆਹ ਵਾਲਾ ਹੋ ਗਿਆ ਇੱਕ ਫਰੇਜ਼ ਬਣੀ ਥਨੀ। ਤਾਂ ਲਾਸਟ ਉੱਪਰ ਜਾਣ ਲੱਗਾ ਮੈਂ, ਤੇ ਮੈਨੂੰ ਲੱਗਦਾ ਕਿ ਮੇਰਾ ਲਾਸਟ ਪੁਆਇੰਟ ਵੀ ਕੋਈ ਘੱਟ ਇੰਪੋਰਟੈਂਟ ਨਹੀਂ ਹੈਗਾ, ਬਲਕਿ ਇਹਦੀ ਵੀ ਇੰਪੋਰਟੈਂਸ ਬਹੁਤ ਜ਼ਿਆਦਾ ਵਾ। ਤੇ ਜਦੋਂ ਇਹ ਵਾਲਾ ਕਨੈਕਟਰ ਲਾਉਣਾ ਹੋਵੇ ਉੱਥੇ ਇਹ ਗੱਲ ਕਹਿਣ ਲਈ ਲੱਗਦਾ ਹੁੰਦਾ not, ਜਾਨੀ ਕਿ ਲਾਸਟ ਬਟ ਨੋਟ ਲੀਸਟ। ਇਹ ਕਨੈਕਟਰ ਦਾ ਮਤਲਬ ਕੀ ਆ ਕਿ ਜੀ ਲਾਸਟ ਵਾਲਾ ਪੁਆਇੰਟ ਆ ਮੇਰਾ, ਬਟ ਇਹਦੀ ਇੰਪੋਰਟੈਂਸ ਬਹੁਤ ਜ਼ਿਆਦੇ ਆ, ਇਹ ਕੋਈ ਘੱਟ ਇੰਪੋਰਟੈਂਸ ਰੱਖਣ ਵਾਲਾ ਨਹੀਂ ਹੈਗਾ। ਤਾਂ ਉਹ ਹੈ ਕਿਹੜਾ ਜੀ? ਵਰਕਿੰਗ ਕਪਲਸ। ਅਗੇਨ ਇੱਕ ਕੋਲੋਕੇਸ਼ਨ ਲਾਈ ਹੈ, ਜੀਰੈਂਟ ਨਹੀਂ ਲਾਇਆ ਗਾ। ਤੁਸੀਂ ਸੋਚ ਰਹੇ ਹੋ ਕਿ ਸਰ ਜੀਰੈਂਟ ਤਾਂ ਨਹੀਂ ਕਿਤੇ। ਵਰਕਿੰਗ ਕਪਲਸ, ਵਰਕਿੰਗ ਐਡਜੈਕਟਿਵ ਦੇ ਤੌਰ ਤੇ ਕੰਮ ਕਰੀ ਜਾਂਦਾ ਵਾ ਨਾਉਨ ਦੇ ਲਈ। ਵਰਕਿੰਗ ਕਪਲਸ ਇੱਕ ਕੋਲੋਕੇਸ਼ਨ ਆ ਜੀ। ਕਿਹੜੇ ਕਪਲ? ਜਿਹੜੇ ਕੰਮ ਕਰ ਰਹੇ ਆ। ਮੈਂ ਕੀ ਕਿਹਾ ਜੀ? ਵਰਕਿੰਗ ਕਪਲਸ ਗੈਟ ਚਾਂਸ, ਉਹਨਾਂ ਨੂੰ ਚਾਂਸ ਮਿਲਦਾ ਵਾ ਟੂ ਅੰਡਰਸਟੈਂਡ ਈਚ ਅਦਰ, ਇੱਕ ਦੂਸਰੇ ਨੂੰ ਸਮਝਣ ਦਾ, ਬਾਏ ਸ਼ੇਅਰਿੰਗ ਵਰਕ ਰਿਲੇਟਡ ਟੂ ਹਾਊਸ ਹੋਲਡ। ਜੇ ਉਹ ਸ਼ੇਅਰ ਕਰ ਲੈਣ ਕੰਮ ਜਿਹੜਾ ਘਰ ਦੇ ਰਿਲੇਟਡ ਹੈਗਾ, ਇਹਦੇ ਨਾਲ ਉਹਨਾਂ ਨੂੰ ਚਾਂਸ ਮਿਲਦਾ ਵਾ ਇੱਕ ਦੂਜੇ ਨੂੰ ਸਮਝਣ ਦਾ। ਅਕੋਰਡਿੰਗ ਟੂ ਅ ਰਿਸਰਚ, ਇੱਥੇ ਥੋੜਾ ਜਿਹਾ ਜੋ ਟਾਸਕ ਸੀਗਾ ਉਹ ਥੋੜਾ ਜਿਹਾ ਜਾਨੀ ਕਿ ਮੈਮੋਰਾਈਜ਼ ਫਰੇਜ਼ ਤੇ ਚੱਲ ਪਿਆ ਸੀਗਾ। ਆਹ ਚੀਜ਼ ਹੁਣ ਨਹੀਂ ਫੋਲੋ ਕਰਿਆ ਕਰਾਂਗੇ। ਅਕੋਰਡਿੰਗ ਟੂ ਅ ਰਿਸਰਚ, ਇੱਕ ਰਿਸਰਚ ਦੇ ਅਕੋਰਡਿੰਗ ਕਪਲ ਹੂ ਹੈਲਪ ਈਚ ਅਦਰ, ਜਿਹੜੇ ਕਪਲ ਇੱਕ ਦੂਸਰੇ ਦੀ ਹੈਲਪ ਕਰਦੇ ਆ, ਹੈਵ ਬੈਟਰ ਮਿਊਚੁਅਲ ਅੰਡਰਸਟੈਂਡਿੰਗ। ਕੋਲੋਕੇਸ਼ਨ ਲਈ ਆ ਮਿਊਚੁਅਲ ਅੰਡਰਸਟੈਂਡਿੰਗ, ਇੱਕ ਦੂਸਰੇ ਨੂੰ
ਜੋ ਉਹਨਾਂ ਵਿੱਚ ਸਮਝਣ ਦੀ ਸ਼ਕਤੀ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ ਜੀ। ਦੈਨ ਕੰਪੇਅਰ ਕੀਤਾ ਜੀ ਕੰਪੈਰੇਟਿਵ ਐਡਜੈਕਟਿਵ ਦੋਜ਼ ਉਹਨਾਂ ਦੇ ਨਾਲੋਂ who do not give hand to their partner, ਜੋ ਆਪਣੇ ਪਾਰਟਨਰ ਦੇ ਕੰਮਾਂ ਵਿੱਚ ਹੱਥ ਨਹੀਂ ਵਟਾਉਂਦੇ। ਗਿਵ ਹੈਂਡ ਦਾ ਮਤਲਬ ਕੀ ਹੁੰਦਾ, ਕਿਸੇ ਦੇ ਕੰਮਾਂ ਦੇ ਵਿੱਚ ਹੱਥ ਵਟਾਉਣਾ। ਅਗੇਨ ਇੱਕ ਮਲਾਈ ਇੱਕ ਇਦਾਂ ਦਾ ਵਰਡ ਲਾਇਆ ਜੋ ਅਨਕਾਮਨ ਸੀਗਾ ਥੋੜਾ। ਸੋ ਜੋ ਥਰਡ ਪੁਆਇੰਟ ਆ ਉਹਨੂੰ ਇੰਨੀ ਵੇਟੇਜ ਨਹੀਂ ਦਿੱਤੀ ਗਈ, ਤੁਸੀਂ ਚਾਹੋ ਤੈਨੂੰ ਹੋਰ ਵਧਾ ਸਕਦੇ ਹੋ। ਤੇ ਕਨਕਲੂਜਨ ਕਿਦਾਂ ਦਾ ਸੀਗਾ, ਧਿਆਨ ਨਾਲ ਦੇਖਿਓ ਜਾ ਕੇ। ਡਿਸਪਾਈਟ ਦਾ ਹੈਕਟਿਕ ਸਕੇਜੂਲ ਆਫ ਏ ਹਸਬੈਂਡ, ਮੈਂ ਕਿਹਾ ਜੀ ਇੱਕ ਜਿਹੜਾ ਹਸਬੈਂਡ ਆ ਉਹਦਾ ਹੈਕਟਿਕ ਸਕੇਜੂਲ ਹੋਣ ਦੇ ਬਾਵਜੂਦ ਵੀ ਮੈਂ ਇਹ ਮੰਨਦਾ ਵਾਂ ਕਿ ਉਹਨੂੰ ਡੈਫੀਨੇਟਲੀ ਸ਼ੇਅਰ ਕਰਨੇ ਚਾਹੀਦੇ ਆ ਡੋਮੈਸਟਿਕ ਟਾਸਕ ਇਕੁਅਲੀ ਆਪਣੀ ਆਪਣੀ ਯਾਨੀ ਕਿ ਵਰਕਿੰਗ ਵਾਈਫ ਦੇ ਨਾਲ। ਇਹਦੇ ਨਾਲ ਕੀ ਪਤਾ ਲੱਗਿਆ, ਐਸੇ ਕਾਹਦੇ ਤੇ ਸੀਗਾ, ਵਰਕਿੰਗ ਵੂਮਨ ਨੂੰ ਲੈ ਕੇ ਸੀਗਾ ਜੀ। ਗੱਲ ਕਰਤੇ ਹੋ ਰਹੀ ਆ ਕਿ ਉਹਨਾਂ ਨੂੰ ਟਾਸਕ ਆ ਜਿਹੜੇ ਉਹ ਸ਼ੇਅਰ ਕਰਨੇ ਚਾਹੀਦੇ ਆ ਜੀ। ਕਿਹਨੂੰ ਕਰਨੇ ਚਾਹੀਦੇ ਆ ਜੀ, ਹਸਬੈਂਡ ਨੂੰ ਜੀ। ਤਾਂ ਇਹਨੂੰ ਤੁਸੀਂ ਇਦੋਂ ਹੋਰ ਬੈਟਰ ਵੀ ਲਿਖ ਸਕਦੇ ਹੋ ਆਪਣੇ ਜਿਹੜੀਆਂ ਨਵੀਆਂ ਸਟ੍ਰੈਟਜੀਜ਼ ਦੇ ਅਕੋਰਡਿੰਗ। ਤੇ ਇਹਦੇ ਵਿੱਚ ਹੁਣ ਜੇ ਆਪਾਂ ਟਾਸਕ ਦੇ ਵਿੱਚ ਦੇਖੀਏ ਤਾਂ ਇੱਕ ਚੀਜ਼ ਆਪਾਂ ਨੋਟ ਕਰੀਏ ਜੀ ਕਿ ਇਹਦੇ ਵਿੱਚ ਕੀ ਕਨਕਲੂਡ ਹੋਇਆ ਜੀ। ਤਾਂ ਇਹਦੇ ਵਿੱਚ ਪਹਿਲੇ ਨੰਬਰ ਤੇ ਜੀ ਜਨਰਲ ਲਾਈਨ ਕੋਈ ਨਹੀਂ ਲਿਖੀ ਗਈ ਬਲਕਿ ਸਿੱਧੀ ਪੈਰਾਫਰੇਜ਼ਿੰਗ ਕੀਤੀ ਆ। ਪੈਰਾਫਰੇਜ਼ਿੰਗ ਦੇ ਵਿੱਚ ਦੋ ਚੀਜ਼ਾਂ ਦਾ ਧਿਆਨ ਰੱਖਿਆ, ਸਟਰਕਚਰ ਚੇਂਜ ਹੋਈ ਆ ਤੇ ਇਹਦੇ ਵਿੱਚ ਵੋਕੈਬਲਰੀ ਚੇਂਜ ਹੋਈ ਆ ਜੀ। ਥੀਸਿਸ ਸਟੇਟਮੈਂਟ ਮੈਂ ਤੁਹਾਨੂੰ ਨਿਊ ਲਿਖਾਈ ਸੀ, ਉਹ ਨੋਟ ਕਰ ਲਿਓ। BP1 ਦੇ ਵਿੱਚ ਦੇਖਿਆ ਜਾਵੇ, ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਹੁਣ ਟਾਸਕ ਰਿਸਪੌਂਸ ਦੀ ਤਾਂ ਪੁਆਇੰਟ ਤੋਂ ਬਾਹਰ ਮੈਂ ਨਹੀਂ ਨਿਕਲਿਆ ਜੀ। ਗੱਲ ਕਰੀਏ ਕੋਰੈਂਸ ਦੀ, ਕੋਰੈਂਸ ਇੱਕ ਸੈਂਟੈਂਸ ਬਾਉਂਡ ਹੋ ਰਿਹਾ, ਵਿੱਚ ਕੋਈ ਵੀ ਫਾਲਤੂ ਸੈਂਟੈਂਸ ਨਹੀਂ ਆਇਆ ਜਿਹੜਾ ਮੈਂ ਆਪਣੇ ਡਾਇਰੈਕਸ਼ਨ ਤੋਂ ਭੜਕਿਆ ਹੋਵਾਂ, ਇਦਾਂ ਦਾ ਕੋਈ ਸੈਂਟੈਂਸ ਨਹੀਂ ਹੈ। ਗੱਲ ਕਰੀਏ ਜੀ ਕਨੈਕਟਰ ਦੀ, ਅਨਕਾਮਨ ਕਨੈਕਟਰ ਇਹਦੇ ਵਿੱਚ ਕਾਫੀ ਦੇਖੇ ਗਏ ਜੋ ਨਾਰਮਲੀ ਆਪਾਂ ਨਹੀਂ ਯੂਜ਼ ਕਰਦੇ ਹੁੰਦੇ ਜੀ। ਠੀਕ ਹੈ ਜੀ, ਇਦਾਂ ਦੇ ਜਾਨੀ ਕਿ ਰੈਫਰੈਂਸ ਪੁਆਇੰਟ ਯੂਜ਼ ਕੀਤੇ ਮੈਂ, ਰੈਫਰੈਂਸ ਪੁਆਇੰਟ। ਅੱਗੇ ਜਾ ਕੇ ਗੱਲ ਕਰੀਏ ਜੀ ਆਪਾਂ GRA ਦੀ, ਤਾਂ ਨੋ ਡਾਊਟ ਕਿ ਇਹਦੇ ਵਿੱਚ ਇੱਕ ਜੀਰੰਡ ਲੱਗਾ ਪਿਆ ਵਾ ਜੀ। ਅੱਗੇ ਜਾ ਕੇ ਇਹਦੇ ਵਿੱਚ ਆਪਾਂ ਦੇਖੀਏ ਤਾਂ ਇੱਕ ਕੰਪਲੈਕਸ ਸੈਂਟੈਂਸ ਦੇਖਿਆ ਗਿਆ ਜੀ। ਅੱਗੇ ਜਾ ਕੇ ਇਹਦੇ ਵਿੱਚ ਦੇਖਿਆ ਜਾਵੇ ਤਾਂ ਜੀ ਇਹਦੇ ਵਿੱਚ ਰਿਲੇਟਿਵ ਪ੍ਰੋਨਾਊਨ ਦੇਖੇ ਗਏ ਜਿਸ ਨਾਲ GRA ਜਿਹੜੀ ਆ ਉਹ ਸ਼ੋ ਹੋਈ ਜੀ। ਲੈਕਸੀਕਲ ਰਿਸੋਰਸਸ, ਜੌਬ ਹੋਲਡਿੰਗ ਵੂਮਨ, ਸਭ ਤੋਂ ਸੁਪਰ ਕੋਲੋਕੇਸ਼ਨ 3 ਵਰਡਸ ਦੀ ਜਿਹੜੀ ਸੀਗੀ ਉਹ ਇਹਦੇ ਵਿੱਚ ਲਾਈ। ਕੰਬਰਸਮ ਟਾਸਕ, ਅਗੇਨ ਇੱਕ ਵਰਡ ਲਾਇਆ ਜੀ। ਐਗਜ਼ੌਸਟਡ, ਅਗੇਨ ਇੱਕ ਵਰਡ ਆਇਆ ਜੀ। ਡੋਮੈਸਟਿਕ ਚੋਰਸ, ਅਗੇਨ ਇੱਕ ਵਰਡ ਆਇਆ ਇਹਦੇ ਵਿੱਚ ਜੀ। ਤੇ ਵਾਸ਼ ਯੂਟੈਂਸਲਸ, ਸੁਟੇਬਲ ਟਰਮਸ ਇਹਦੇ ਵਿੱਚ ਯੂਜ਼ ਕੀਤਾ ਜੀ। ਅੱਗੇ ਜਾ ਕੇ ਦੇਖੀਏ ਅਗਲਾ ਜੋ ਆਪਣਾ ਹੈਗਾ ਵਾ BP ਜੀ, ਉਹਦੇ ਵਿੱਚ ਇੱਕ ਨਵਾਂ ਪੁਆਇੰਟ ਸਟਾਰਟ ਹੋਇਆ, ਕਨੈਕਟਰ ਮੋਰ ਓਵਰ, ਜਿਹਨੇ ਉੱਪਰਲੇ ਪੈਰੇ ਨੂੰ ਨੀਚਲੇ ਪੈਰੇ ਦੇ ਨਾਲ ਬਾਉਂਡ ਕੀਤਾ। ਕੰਡੀਸ਼ਨਲ ਸੈਂਟੈਂਸ ਹਾਲੇ ਤੱਕ ਨਹੀਂ ਲਾਇਆ ਸੀ, ਇਹ ਪਹਿਲੀ ਵਾਰੀ ਫਸਟ ਵਾਰ ਇਹਨੂੰ ਇੰਟਰੋਡਿਊਸ ਕੀਤਾ ਜੀ। ਕੋਮਾ ਜਿੱਥੇ ਲੱਗਣਾ ਚਾਹੀਦਾ ਸੀਗਾ, ਪੰਕਚੁਏਸ਼ਨ ਸਾਰੇ ਦੀ ਮੈਂ ਕੰਟਰੋਲ ਕੀਤੀ ਹੈ, ਜਿੱਥੇ ਜਿੱਥੇ ਕੋਮਾ ਹੋਣਾ ਚਾਹੀਦਾ ਵਾ ਜੀ। ਇਹਨਾਂ ਵਿੱਚ ਸਿੰਪਲ ਸੈਂਟੈਂਸ ਵੀ ਜਾਣਬੁੱਝ ਕੇ ਸ਼ੋ ਕੀਤੇ ਗਏ ਤਾਂ ਕਿ ਮਿਕਸਚਰ ਸ਼ੋ ਹੁੰਦਾ ਰਵੇ ਜੀ ਇਹਦੇ ਵਿੱਚ। ਤੇ ਇਹਦਾ ਵੀ ਇੱਕ ਲਾਈਨ ਇੱਕ ਦੂਸਰੇ ਨੂੰ ਪ੍ਰੂਵ ਕਰਦੀ ਆ, ਬਾਉਂਡ ਕਰਦੀ ਆ। ਕਨੈਕਟਰ ਇਹਦੇ ਵਿੱਚ ਧੱਕੇ ਨਾਲ ਨਹੀਂ ਜੜੇ ਗਏ, ਜਸਟ 2 ਤੋਂ 3 ਕਨੈਕਟਰ ਦੀ ਲੋੜ ਪਈ ਜਿੱਥੇ ਨੈਚੁਰਲੀ ਇਹ ਫਿੱਟ ਹੋਣੇ ਚਾਹੀਦੇ ਸੀਗੇ। ਤੇ ਇਹਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਜਾਨੀ ਕਿ ਲੈਕਸੀਕਲ ਰਿਸੋਰਸਸ ਦੀ, ਜਿਵੇਂ ਅਪਲਾਈ ਇੱਕ ਜਾਨੀ ਕਿ ਪਾਰਟਿਕੂਲਰ ਵਰਡ ਹੋ ਗਿਆ, ਡ੍ਰੀਮ ਦੇ ਲਈ ਜਿਵੇਂ ਫੁੱਲਫਿਲ ਵਰਡ ਹੋ ਗਿਆ ਜੀ। ਤੇ ਇਦਾਂ ਦੇ ਇਹਦੇ ਵਿੱਚ ਜੋ ਲੈਕਸੀਕਲ ਰਿਸੋਰਸਸ ਆ ਸ਼ੋ ਕੀਤੇ ਗਏ ਇਹਦੇ ਵਿੱਚ ਵੀ। ਕੋਰੈਂਸ ਅਗੇਨ ਇਹਦੇ ਇੱਕ ਸੈਂਟੈਂਸ ਦੂਸਰੇ ਨੂੰ ਕੰਟਰੋਲ ਕਰ ਰਿਹਾ ਵਾ। ਰਨ ਔਨ ਸੈਂਟੈਂਸ ਕੋਈ ਬਣਿਆ ਹੀ ਨਹੀਂ ਗਾ ਜੀ ਇਹਦੇ ਵਿੱਚ, ਰਨ ਔਨ ਸੈਂਟੈਂਸ ਕੋਈ ਨਹੀਂ ਬਣਾਇਆ। ਹਰ ਇੱਕ ਸੈਂਟੈਂਸ ਜੇ ਸ਼ੁਰੂ ਕੀਤਾ ਤਾਂ ਪਹਿਲਾਂ ਇਹ ਚੀਜ਼ ਮਾਈਂਡ 'ਚ ਰੱਖੀ ਗਈ ਕਿ ਇਹ ਕੰਟਰੋਲ ਕਿਵੇਂ ਕਰਨਾ ਤੇ ਕਿੱਥੇ ਕਿਤੇ ਜਾ ਕੇ ਕੰਟਰੋਲ ਕਰਨਾ। ਲਾਸਟ ਵਿੱਚ ਦੇਖੀਏ ਤਾਂ ਵਰਕਿੰਗ ਕਪਲ, ਅਗੇਨ ਇੱਕ ਕੋਲੋਕੇਸ਼ਨ ਆਈ ਜੀ, ਯਾਨੀ ਕਿ ਲੈਕਸੀਕਲ ਰਿਸੋਰਸ ਦੀ ਜੋ ਵੇਟੇਜ ਆ ਉਹ ਵੱਧ ਰਹੀ ਆ। ਮਿਊਚੁਅਲ ਅੰਡਰਸਟੈਂਡਿੰਗ 3 ਵਰਡ ਦਾ ਜੀ, ਬੈਟਰ ਮਿਊਚੁਅਲ ਅੰਡਰਸਟੈਂਡਿੰਗ, ਅਗੇਨ ਇੱਕ ਕੋਲੋਕੇਸ਼ਨ ਲਾਇਆ ਜੀ। ਤੇ ਇਹਦੇ ਵਿੱਚ ਜੇ ਆਪਾਂ GRA ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸੀਗਾ ਆਪਣਾ ਜਸਟ ਇੱਕ ਸਿੰਪਲ ਸੈਂਟੈਂਸ ਸੀਗਾ ਜੀ। ਨੈਕਸਟ ਚੱਲਦੇ ਆ ਜੀ ਇਹਦੇ ਵਿੱਚ, ਤਾਂ ਨੈਕਸਟ ਜਾ ਕੇ ਆਪਾਂ ਦੇਖਿਆ ਕਿ ਇਹਨੂੰ ਕੰਪੇਅਰ ਕਰਕੇ ਰਿਲੇਟਿਵ ਪ੍ਰੋਨਾਊਨ ਲਾਇਆ ਗਿਆ ਇਹਦੇ ਵਿੱਚ। ਤੇ ਗੱਲ ਕਰੀਏ ਜੀ ਕਨਕਲੂਜਨ ਦੀ, ਤਾਂ ਉਹਦੇ ਵਿੱਚ ਇੱਕ ਕੰਪਲੈਕਸ ਸੈਂਟੈਂਸ ਲਾਇਆ ਗਿਆ ਤੇ ਉਹਦੇ ਵਿੱਚ ਵੀ ਵਰਡਿੰਗ ਹੈ ਜਿਹੜੀ ਉਹ ਜ਼ਿਆਦਾ ਮੈਚ ਨਹੀਂ ਕਰਾਈ ਗਈਗੀ, ਸਗੋਂ ਉੱਥੇ ਵੀ ਜਿਵੇਂ ਜਾਨੀ ਕਿ ਵਰਕਿੰਗ ਵਾਈਫ ਹੋ ਗਈ, ਉੱਥੇ ਕੀ ਲਿਖਿਆ ਸੀਗਾ, ਜੌਬ ਹੋਲਡਿੰਗ ਵੂਮਨ। ਜਦੋਂ ਵੀ ਕੋਲੋਕੇਸ਼ਨ ਵੀ ਲਾਏ ਆ ਤਾਂ ਉਹ ਵੀ ਇੱਕ ਦੂਸਰੇ ਨਾਲ ਰਿਪੀਟ ਹੋਏ ਨਹੀਂ। ਤੇ ਇਹ ਐਸੇ ਜਿਹੜਾ ਸੀਗਾ ਇਹ ਏਦਾਂ ਦਾ ਐਸੇ ਸੀਗਾ ਜੀ, ਲਿਖਦੇ ਹੋਏ ਇਹ ਚੀਜ਼ ਦਾ ਧਿਆਨ ਰੱਖਿਆ ਗਿਆ
ਹਾਰਡਲੀ ਇਹਦੇ ਵਿੱਚ ਪੀਪਲ ਵਰਡ ਇੱਕ ਅੱਧੀ ਜਗ੍ਹਾ ਤੇ ਆਇਆ ਹੋਵੇ, ਤੇ ਮੈਨੂੰ ਦੇਖਣ ਤੇ ਸ਼ਾਇਦ ਲੱਗ ਰਿਹਾ ਕਿ ਸਾਰਾ ਐਸੇ ਕੰਪਲੀਟ ਵੀ ਹੋ ਗਿਆ ਤੇ ਕਿਤੇ ਇਹਦੇ ਵਿੱਚ ਪੀਪਲ ਵਰਡ ਲਾਇਆ ਹੀ ਨਹੀਂ ਗਾ ਜੀ। ਮੈਂ ਇਹ ਨਹੀਂ ਕਹਿ ਰਿਹਾ ਕਿ ਪੀਪਲ ਵਰਡ ਲਾਉਣਾ ਨਹੀਂ ਚਾਹੀਦਾ, ਮੈਂ ਇਦਾਂ ਕਹਿ ਰਿਹਾ ਕਿ ਸਮ ਟਾਈਮ ਇੱਕ ਵਰਡ, ਮੈਂ ਤੇ ਹਸਬੈਂਡ ਹੋ ਗਿਆ, ਵਾਈਫ ਹੋ ਗਿਆ, ਵਾਈਫਸ ਹੋ ਗਿਆ, ਜਾਂ ਪਾਰਟਨਰ ਹੋ ਗਿਆ, ਇਦਾਂ ਦੀਆਂ ਜੋ ਯਾਨੀ ਕਿ ਵੋਕੈਬਲਰੀ ਦੇ ਨਾਲ ਯਾਨੀ ਕਿ ਰਿਪਲੇਸ ਕਰੀ ਜਾਣਾ ਮੈਂ ਇਹਨਾਂ ਨੂੰ, ਤਾਂ ਕਿ ਮੈਨੂੰ ਨੀਡ ਹੀ ਨਾ ਪਵੇ ਇਹ ਵਾਲੀਆਂ ਚੀਜ਼ਾਂ ਦੀ। ਤਾਂ ਇਹ ਆਪਣਾ ਐਸੇ ਸੀਗਾ ਫੁੱਲੀ PDF ਮੈਂ ਤਾਂ ਗਰੁੱਪ ਦੇ ਵਿੱਚ ਸੈਂਡ ਕਰ ਦੇਣਾ, ਤੇ ਆਪਾਂ ਇਦਾਂ ਦੇ ਐਸੇ ਮੇਰੇ ਜਿਹੜੇ ਹੈਂਡ ਰਿਟਨ ਆ ਉਹਨਾਂ ਨੂੰ ਹਰ ਸੈਟਰਡੇ ਆਪਾਂ ਡਿਸਕਸ ਕਰਿਆ ਕਰਾਂਗੇ। ਹੋਰ ਵੀ ਐਸੇ ਜਿਹੜੇ ਆਪਾਂ ਨੂੰ ਲੱਗਦੇ ਆ ਕਿ ਡਿਸਕਸ ਕਰਨੇ ਚਾਹੀਦੇ ਆ, ਉਹਨਾਂ ਨੂੰ ਵੀ ਆਪਾਂ ਕਰਿਆ ਕਰਾਂਗੇ। ਸੋ ਮੈਂ ਤੁਹਾਨੂੰ ਮਿਊਟ ਤੇ ਖੋਲਣ ਲੱਗਾ, ਮੈਨੂੰ ਇੱਕ ਵਾਰੀ ਦੱਸ ਦਿਓ ਕਿ ਇਹ ਚੀਜ਼ ਤੁਹਾਨੂੰ ਸਾਰੀ ਪਤਾ ਲੱਗ ਗਈ ਕਿ ਇੱਕ ਜੇ ਤੁਸੀਂ ਇਹ ਚੀਜ਼ ਭਾਲਦੇ ਸੀ ਕਿ ਸਹੀ ਲੈਵਲ ਦਾ ਐਸੇ ਕਿਹੜਾ ਹੁੰਦਾ ਵਾ, ਕਿਵੇਂ ਆ GRA LRA ਜੋ ਗੱਲਾਂ ਅਸੀਂ ਭਾਰੀਆਂ ਭਾਰੀਆਂ ਸਿੱਖਦੇ ਆ, ਕਿਹੜੇ ਐਸੇ ਦੇ ਵਿੱਚ ਕਿਵੇਂ ਇਹਨਾਂ ਨੂੰ ਵਰਤਣਾ ਚਾਹੀਦਾ ਵਾ। ਸੋ ਇੱਕ ਏਦਾਂ ਦਾ ਐਸੇ ਸੀਗਾ ਜਿਹੜੇ ਚਾਰੇ ਪੈਰਾਮੀਟਰਸ ਨੂੰ ਕੰਟਰੋਲ ਕਰਕੇ ਲਿਖਿਆ ਗਿਆ ਸੀਗਾ ਜੀ।